ਤੇ ਆਦਾਬ। ਗੁੱਡ ਮਾਰਨਿੰਗ। ਮੈਂ ਅਸਲੀਅਤ ਦੱਸਣੀ ਆ ਕਿ ਮੈਂ ਬਾਲ ਸਾਹਿਤ ਇਸ ਕਰਕੇ ਲਿਖਣੀ ਆ ਕਿਉਂਕਿ ਮੈਨੂੰ ਆਉਂਦਾ ਹੀ ਉਹਨਾਂ ਕੁਛ ਹੈ। ਤੇ ਦੂਜੀ ਗੱਲ ਹੈ ਕਿ ਮੈਂ 3 ਪੀੜ੍ਹੀਆਂ ਤੋਂ ਪੰਜਾਬ ਤੋਂ ਦੂਰ ਆ। ਸੋ ਮੇਰੀ ਮਾਂ ਵੀ, ਮੇਰੀ ਨਾਨੀ ਵੀ, ਦਾਦੀ ਵੀ ਪੰਜਾਬ ਤੋਂ ਦੂਰ ਕੀਤੀ ਹੋਈ। ਵੰਡ ਦੇ ਵੇਲੇ ਮੇਰੀ ਮਾਂ ਵੀ ਪੰਜਾਬ ਨਹੀਂ ਜੰਮੀ ਤੇ ਮੈਂ ਵੀ ਪੰਜਾਬ ਨਹੀਂ ਜੰਮੀ, ਤੇ ਹੁਣ ਲਿਵ ਕੌਰ ਹੋਰੀ 4 ਪੀੜ੍ਹੀਆਂ ਤੋਂ ਪੰਜਾਬ ਤੋਂ ਦੂਰ ਨੇ। ਤੇ ਅਸੀਂ ਸਾਡੀਆਂ ਰਗਾਂ ਵਿੱਚ ਪੰਜਾਬ ਦਾ ਖੂਨ ਹੈ। ਸਾਡੀ ਰੂਹ ਜਿਹੜੀ ਉਹ ਪੰਜਾਬੀ ਹੈ, ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ, ਉਸ ਤੋਂ ਸਾਨੂੰ ਕੋਈ ਜੁਦਾ ਨਹੀਂ ਕਰ ਸਕਦਾ। ਸੋ ਉਸ ਦਾ ਪ੍ਰਣਾਮ ਜਿਹੜਾ ਹੈ ਉਸ ਦਾ ਪ੍ਰਮਾਣ ਮੈਂ ਹਾਂ। ਸੋ ਗੱਲ ਕਿੱਥੋਂ ਸ਼ੁਰੂ ਕਰਾਂ ਮੈਨੂੰ ਸਮਝ ਨਹੀਂ ਆ ਰਹੀ, ਪਰ ਡਾਕਟਰ ਗੁਰਮੁਖ ਹੋਰੀ ਨੇ ਬਹੁਤ ਸੋਹਣਾ ਮੇਰਾ ਇੰਟਰੋਡਕਸ਼ਨ ਦਿੱਤਾ। ਮੈਂ ਦੱਸਦੀ ਹਾਂ ਕਿ ਕਿੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ। ਸੋ ਜਿਵੇਂ ਉਹਨਾਂ ਨੇ ਦੱਸਿਆ ਕਿ ਮੇਰੇ 2 ਬੱਚੇ ਨੇ। ਪਹਿਲਾ ਬੱਚਾ ਜਦ ਜੰਮਿਆ ਉਹਨੂੰ ਮੈਂ ਬੋਲੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਤੇ ਉਹ ਜਦ ਤੱਕ ਮੈਂ ਉਹਨੂੰ ਇੱਥੋਂ ਦੀ ਲਿਆਈਆਂ ਕਿਤਾਬਾਂ ਪੜ੍ਹ ਕੇ ਸੁਣਾਉਂਦੀ ਸਾਂ ਤਾਂ ਤੱਕ ਤੇ ਉਹ ਸੁਣ ਲੈਂਦਾ ਸੀ। ਪਰ ਥੋੜ੍ਹਾ ਵੱਡਾ ਹੋਇਆ ਤੇ ਮੈਂ ਚਾਹਿਆ ਕਿ ਉਹ ਜਿਵੇਂ ਅੰਗਰੇਜ਼ੀ ਦੀਆਂ ਕਿਤਾਬਾਂ ਚੱਕ ਕੇ ਹੱਥ ਵਿੱਚ ਪੜ੍ਹਦਾ ਹੈ, ਉਸ ਤਰ੍ਹਾਂ ਹੀ ਪੰਜਾਬੀ ਦੀਆਂ ਕਿਤਾਬਾਂ ਵੀ ਉਹ ਹੱਥ ਵਿੱਚ ਚੱਕ ਕੇ ਪੜ੍ਹੇ ਆਪਣੇ ਆਪ। ਉਹ ਨਹੀਂ ਹੋ ਪਾਇਆ ਕਿਉਂਕਿ ਜਿਹੜੀ ਇੱਕ ਤੇ ਮਾਹੌਲ ਸਾਰਾ ਅੰਗਰੇਜ਼ੀ ਦਾ ਸੀਗਾ। ਮੈਂ 21 ਵਰ੍ਹੇ ਦੀ ਸੀਗੀ ਜਦ ਮੈਂ ਅਮਰੀਕਾ ਚਲੀ ਗਈ ਸੀ ਆਫਟਰ ਇੰਜੀਨੀਅਰਿੰਗ ਮਾਸਟਰਸ ਕੰਪਿਊਟਰ ਸਾਇੰਸ ਕਰਨ, ਤੇ ਉੱਥੇ ਹੀ ਵਿਆਹ ਹੋਇਆ, ਉੱਥੇ ਹੀ ਬੱਚਾ ਪੈਦਾ ਹੋਇਆ। ਤੇ ਉਹਨੂੰ ਦੇਖ ਕੇ ਮੈਨੂੰ ਲੱਗਿਆ ਕਿ ਜੇ ਮੈਂ ਉਹਨੂੰ ਪੰਜਾਬੀ ਬੋਲੀ ਦੇ ਨਾਲ ਜੋੜਨਾ ਹੈ, ਜੇ ਮੈਨੂੰ ਸਿੱਖ ਧਰਮ ਦੇ ਨਾਲ ਜੋੜਨਾ ਹੈ, ਤੇ ਸਭ ਤੋਂ ਪਹਿਲਾਂ ਮੈਨੂੰ ਸਿੱਖਣਾ ਪਏਗਾ। ਮੈਨੂੰ ਆਪਣੇ ਆਪ ਪੰਜਾਬੀ ਹੋਣਾ ਪਵੇਗਾ, ਆਪਣੇ ਆਪ ਸਿੱਖੀ ਵਿੱਚ ਪੱਕਾ ਹੋਣਾ ਪਵੇਗਾ। ਪੱਕਾ ਤੇ ਕੀ, ਮੈਨੂੰ ਤੇ ਕੁਛ ਪਤਾ ਵੀ ਨਹੀਂ ਸੀ ਸਿੱਖੀ ਦੇ ਬਾਰੇ। ਸੋ ਉਸਨੂੰ ਪੜ੍ਹਾਉਂਦੇ ਆ, ਸਿਖਾਉਂਦੇ ਆ, ਮੈਂ ਪੰਜਾਬੀ ਸਿੱਖੀ ਆ, ਬਾਣੀ ਸਿੱਖੀ ਆ, ਬਾਣੀ ਪੜ੍ਹਨਾ ਸਿੱਖੀ ਆ। ਤੇ ਜਦ ਮੈਂ ਉਹਨੂੰ ਪੰਜਾਬੀ ਦੀ ਕਿਤਾਬਾਂ ਦਿੰਦੀ ਸੀ ਤੇ ਮੈਨੂੰ ਲੱਗਦਾ ਸੀਗਾ ਕਿ ਇੱਥੋਂ ਦੇ ਬੱਚੇ ਉਹ ਵਾਲੀਆਂ ਕਿਤਾਬਾਂ ਪੜ੍ਹ ਕੇ ਰਿਲੇਟ ਨਹੀਂ ਕਰ ਪਾਉਂਦੇ, ਤੇ ਕਿਉਂਕਿ ਉਹਨਾਂ ਦਾ ਲੈਵਲ ਨਹੀਂ ਹੁੰਦਾ ਸੀ ਪੰਜਾਬੀ ਕਿਤਾਬਾਂ ਦਾ ਉੱਥੇ ਦੀ ਕਿਤਾਬਾਂ ਦੇ ਕੰਪੈਰੀਜ਼ਨ ਵਿੱਚ। ਤੇ ਜਦ ਫਿਰ ਲਿਵ ਕੌਰ ਹੋਈ ਤੇ ਕਈ ਸਾਲਾਂ ਬਾਅਦ ਦੇਖਿਆ ਉਹੀ ਹਾਲਤ ਹੈ। ਮੈਨੂੰ ਹਮੇਸ਼ਾ ਹੈਰਾਨੀ ਹੁੰਦੀ ਸੀ ਕਿ ਜਗਤ ਪਸਾਰੇ ਵਿੱਚ 12 ਕਰੋੜ ਹੈ ਨਾ ਸਿੱਖਾਂ, ਸੌਰੀ ਪੰਜਾਬੀਆਂ ਦੀ ਗਿਣਤੀ, ਸਿਰਫ ਲਹਿੰਦੇ ਔਰ ਚੜ੍ਹਦੇ ਪੰਜਾਬ। ਹੋਰ ਜਗਤ ਪਸਾਰੇ ਵਿੱਚ ਹੋਰ ਵੀ ਜ਼ਿਆਦਾ ਐਡ ਕਰ ਦੋ ਤੇ ਅਸੀਂ ਪੰਜਾਬੀ ਬੋਲੀ ਕਹੀ ਜਾਂਦੀ ਹੈ ਕਿ 10ਵੇਂ ਨੰਬਰ ਤੇ ਦੁਨੀਆ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ। ਤੇ ਅਸੀਂ ਇੰਨੇ ਕੰਗਾਲ ਹਾਂ ਕਿ ਸਾਡੇ ਕੋਲ ਆਪਣੇ ਬੱਚਿਆਂ ਨੂੰ ਦੇਣ ਲਈ ਹੱਥਾਂ ਵਿੱਚ ਸੋਹਣੀਆਂ ਉਸ ਤਰ੍ਹਾਂ ਦੀਆਂ ਕਿਤਾਬਾਂ ਨਹੀਂ ਨੇ ਜੋ ਕਿ ਉਹ ਜੰਮਦੇ ਸਾਰੀ ਉਹਨਾਂ ਦੇ ਨਾਲ ਖੇਡਣ, ਉਹ ਜਿਹੜੀਆਂ ਉਹਨਾਂ ਦੇ ਨਾਲ ਗੱਲਾਂ ਕਰਨ, ਜਿਨ੍ਹਾਂ ਨੂੰ ਪੜ੍ਹ ਕੇ, ਹੱਥਾਂ ਵਿੱਚ ਫੜ ਕੇ, ਜਿਨ੍ਹਾਂ ਨੂੰ ਛੋਹ ਕੇ ਉਹਨਾਂ ਨੂੰ ਆਪਣੇ ਦੇਸ਼ ਪੰਜਾਬ ਦਾ, ਆਪਣੀ ਬੋਲੀ ਦਾ, ਆਪਣੀ ਗੁਰਮੁਖੀ ਲਿਪੀ ਦਾ ਮਾਣ ਹੋਵੇ। ਤੇ ਉਹ ਬਾਰ-ਬਾਰ ਉਹਨਾਂ ਕਿਤਾਬਾਂ ਵੱਲ ਮੁੜ ਕੇ ਆਉਣ ਤੇ ਕਹਿਣ ਕਿ ਅਸੀਂ ਇਹ ਕਿਤਾਬਾਂ ਪੜ੍ਹਨੀਆਂ ਨੇ। ਇਸ ਤਰ੍ਹਾਂ ਕਿਉਂ ਹੈ? ਸਾਡਾ ਬਾਲ ਸਾਹਿਤ ਇੱਥੋਂ ਦੀ, ਮੈਂ ਬਹੁਤ ਕਿਤਾਬਾਂ ਲੈ ਕੇ ਗਈ ਹਾਂ। ਮੇਰੀ ਧੀ ਰਾਣੀ ਦੀ ਜਿਹੜੀ ਲਾਇਬ੍ਰੇਰੀ ਹੈ ਉਹਦੇ ਵਿੱਚ ਇੱਥੋਂ ਦੀ ਲੈ ਕੇ ਗਈਆਂ ਹੋਈਆਂ ਮੇਰੇ ਖਿਆਲ 500 ਦੇ ਕਰੀਬ ਕਿਤਾਬਾਂ ਹੋਣਗੀਆਂ ਬੱਚਿਆਂ ਦੀਆਂ। ਪਰ ਉਹਨਾਂ ਦੀ ਮਿਆਰ ਔਰ ਉਹਨਾਂ ਦਾ ਪੱਧਰ ਇੰਨਾ ਅਪੀਲਿੰਗ ਨਹੀਂ ਹੈ। ਮਾਫ ਕਰਨਾ, ਇੱਥੇ ਕਈ ਬਾਲ ਸਾਹਿਤ ਲਿਖਣ ਵਾਲੇ ਵੀ ਬੈਠੇ ਹੋਣਗੇ ਤੇ ਉਹ ਅਪੀਲ ਨਹੀਂ ਕੀਤੀਆਂ ਸਾਡੇ ਬੱਚਿਆਂ ਨੂੰ। ਸੋ ਮੈਨੂੰ ਲੱਗਿਆ ਕਿ ਸ਼ਾਇਦ ਮੇਰੇ ਵਾਸਤੇ ਸੁਨੇਹਾ ਹੈ ਕਿ ਮੈਂ ਕੁਝ ਕਰਾਂ, ਕਿਉਂਕਿ ਆਪਾਂ ਹਮੇਸ਼ਾ ਕਹਿੰਦੇ ਕਿ ਯਾਰ ਇਹ ਕੰਮ ਨਹੀਂ ਹੋਇਆ ਸਾਡੀ ਕੌਮ ਵਿੱਚ, ਹੈ ਨਾ। ਅਸੀਂ ਇਹ ਕਹਿੰਦੇ ਹਾਂ ਕਿ ਇਸ ਦੀ ਕਮੀ ਹੈ ਜਾਂ ਇਹ ਕੰਮ ਠੀਕ ਨਹੀਂ ਹੋਇਆ। ਪਰ ਫਿਰ ਸਾਨੂੰ ਆਪਣੇ ਅੰਦਰ ਛਾਤੀ ਮਾਰ ਕੇ ਦੇਖਣਾ ਚਾਹੀਦਾ ਕਿ ਇੱਕ ਬੰਦੇ ਦਾ ਕੀ ਕੰਟਰੀਬਿਊਸ਼ਨ ਹੋ ਸਕਦਾ, ਅਸੀਂ ਕੀ ਕਰ ਸਕਦੇ ਹਾਂ। ਤੇ ਮੈਨੂੰ ਲੱਗਿਆ ਕਿ ਸ਼ਾਇਦ ਮੇਰੇ ਵਾਸਤੇ ਸੁਣਿਆ ਕਿ ਮੈਂ ਕੁਝ ਕਰਾਂ। ਹੁਣ ਮੇਰਾ ਬੈਕਗਰਾਊਂਡ ਜਿਹੜਾ ਸੀਗਾ ਉਹ ਜਿੱਦਾਂ ਦੱਸਿਆ ਉਹਨਾਂ ਨੇ ਕਿ ਇੰਜੀਨੀਅਰਿੰਗ, ਫਿਰ ਮਾਸਟਰਸ ਕੰਪਿਊਟਰ ਸਾਇੰਸ, ਮੇਰਾ ਟੈਕਨੋਲੋਜੀ ਬੈਕਗਰਾਊਂਡ। ਪੰਜਾਬ ਤੋਂ ਵੀ ਅਸੀਂ ਇੰਨੇ ਦੂਰ, ਪਰ ਮੇਰੀ ਨਾਨੀ ਮੈਨੂੰ ਬਾਤਾਂ ਸੁਣਾਉਂਦੀ ਹੁੰਦੀ ਸੀ ਜੋ ਮੇਰੇ ਜ਼ਿਹਨ ਵਿੱਚ ਹਾਲੇ ਵੀ ਵਸੀਆਂ ਹੋਈਆਂ ਸਨ। ਉਹ ਮੈਂ ਬਾਤਾਂ ਆਪਣੇ ਬੱਚੇ ਨੂੰ ਸੁਣਾਉਂਦੀ ਸੀਗੀ, ਮੇਰੇ ਬੇਟੇ ਨੂੰ। ਜਦ ਮੇਰੀ ਧੀ ਹੋਈ ਤੇ ਮੈਂ ਸੁਣਿਆ ਕਿ ਉਹੀ ਬਾਤਾਂ ਉਹ ਸੁਣਾਉਂਦਾ ਹੁੰਦਾ ਸੀ ਆਪਣੀ ਨਿੱਕੀ ਭੈਣ ਨੂੰ। ਮੈਂ ਕਿਹਾ ਕਿ ਤੇ ਕਮਾਲ ਦੀ ਚੀਜ਼ ਹੈ, ਤੇ ਸਟਿਕ ਕਰਦੀਆਂ ਨੇ, ਜਿੱਦਾਂ ਇੰਗਲਿਸ਼ ਵਿੱਚ ਆਪਾਂ ਕਹਿੰਦੇ these stick, ਮਤਲਬ ਇਹ ਤੁਹਾਡੇ ਨਾਲ ਰਹਿ ਜਾਂਦੀਆਂ ਨੇ। ਇਹਦੇ ਵਿੱਚ ਕੁਝ ਕਮਾਲ ਹੈ।
ਤੇ ਮੇਰੇ ਕੋਲ ਕਈ ਆਪਸ਼ਨ ਸੀਗੇ ਜੇ ਬੱਚਿਆਂ ਦੀ ਕਿਤਾਬਾਂ ਲਿਖਣੀਆਂ ਤੇ ਉਹਦਾ ਵਿਸ਼ਾ ਕੀ ਹੋਵੇ। ਸਾਡੇ ਬੱਚੇ ਉੱਥੇ ਡਾਇਸਪੋਰਾ ਵਿੱਚ ਰਹਿੰਦੇ ਨੇ, ਉਹ ਕਈ ਔਕੜਾਂ ਦਾ ਸਾਹਮਣਾ ਕਰਦੇ ਨੇ। ਮੇਰਾ ਬੇਟਾ 2000 ਦੇ ਸਕੂਲ ਵਿੱਚ ਇਕੱਲਾ ਗੁਰਸਿੱਖ ਮੁੰਡਾ, ਤੇ ਤੁਸੀਂ ਸੋਚ ਸਕਦੇ ਹੋ ਕਿ ਅਮਰੀਕਾ ਵਰਗੇ ਮੁਲਕ ਵਿੱਚ ਸਪੈਸ਼ਲੀ 9/11 ਦੇ ਬਾਅਦ ਤੁਹਾਨੂੰ ਪਤਾ ਚੱਲਿਆ ਹੋਣਾ ਕਿੰਨਾ ਨਸਲੀ ਵਿਤਕਰਾ ਹੁੰਦਾ ਹੈ। ਤੇ ਕਈ ਸਿੱਖਾਂ ਨੇ ਉਹਦੇ ਬਾਅਦ ਕੇਸ ਕਟਾਏ ਉੱਥੇ, ਤੇ ਉਹਦੇ ਵਿੱਚ ਇੱਕ ਬੱਚੇ ਦਾ ਆਪਣੀ ਹੋਂਦ ਨੂੰ ਲੈ ਕੇ ਤੁਰਨਾ ਸਾਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਮੈਨੂੰ ਲੱਗਿਆ ਕਿ ਹੋ ਸਕਦਾ ਹੈ ਕਿ ਉਹ ਟੌਪਿਕਸ ਨੂੰ ਲੈ ਕੇ ਮੈਂ ਕਿਤਾਬਾਂ ਲਿਖਾਂ। ਕਈ ਚੀਜ਼ਾਂ ਜ਼ਹਿਨ ਵਿੱਚ ਆਈਆਂ, ਪਰ ਮੇਰੀ ਸੁਰਤ ਜਿਹੜੀ ਟਿੱਕੀ ਹੈ ਉਹ ਟਿੱਕੀ ਹੈ ਲੋਕ ਕਹਾਣੀਆਂ ਵਿੱਚ, ਲੋਕ ਬਾਤਾਂ ਵਿੱਚ। ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਮੁੱਢ ਕਦੀਮ ਤੋਂ ਚੱਲੀਆਂ ਆ ਰਹੀਆਂ ਜਿਹੜੀਆਂ ਸਾਡੀਆਂ ਬਾਤਾਂ ਨੇ, ਕਹਾਣੀਆਂ ਨੇ, ਉਹਨਾਂ ਵਿੱਚ ਸਾਡੀ ਬੋਲੀ ਜਿਉਂਦੀ ਹੈ, ਜਿਹੜੀ ਠੇਠ ਬੋਲੀ ਜਿਉਂਦੀ ਹੈ। ਉਹੀ ਬਾਤਾਂ ਸੁਣਦੇ ਆ ਸਾਡੇ ਗੁਰੂ ਬਾਬਾ ਨਾਨਕ ਵੱਡੇ ਹੋਏ ਹੋਣਗੇ, ਉਹ ਸਾਡੇ ਸੂਫੀ ਵੱਡੇ ਹੋਏ ਹੋਣਗੇ, ਉਹ ਸਾਡੇ ਜਿਹੜੇ ਪੁਰਖੇ ਹਨ ਉਹਨਾਂ ਦੀ ਜਿਹੜੀ ਜੀਵਨ ਸ਼ੈਲੀ, ਉਹਨਾਂ ਦੀ ਸੋਚ, ਉਹਨਾਂ ਦੀ ਸਿਆਣਪ ਦਾ ਨਿਚੋੜ ਹਨ। ਉਹ ਇੰਨੀਆਂ ਸੋਹਣੀਆਂ ਨੇ ਕਿ ਉਹਨਾਂ ਵਿੱਚ ਕੁਦਰਤ ਤੇ ਬੰਦਾ ਇੱਕਮਿਕ ਹੋ ਜਾਂਦਾ ਹੈ। ਫੁੱਲ, ਬੂਟੇ, ਪਸ਼ੂ, ਪੰਛੀ, ਜਾਨਵਰ, ਰੁੱਖ, ਕਾਇਨਾਤ ਬੰਦੇ ਦੇ ਨਾਲ ਗੱਲਾਂ ਕਰਦੀ ਹੈ, ਪਿਆਰ ਭਰੀਆਂ ਗੱਲਾਂ। ਸੋ ਮੈਂ ਉਹ ਬਾਤਾਂ ਨੂੰ ਚੁਣਿਆ ਔਰ ਉਹ ਕਿਤਾਬਾਂ ਉਹਨਾਂ ਨੂੰ ਸੁਰਜੀਤ ਕਰਨਾ ਸ਼ੁਰੂ ਕੀਤਾ ਇਸ ਤਰੀਕੇ ਦੇ ਨਾਲ ਕਿ ਬੱਚੇ ਸਾਰੇ ਜਗਤ ਪਸਾਰੇ ਵਿੱਚ ਜਿਹੜੇ ਵੀ ਬੱਚੇ ਵਸਦੇ ਨੇ, ਇੱਧਰਲੇ ਪੰਜਾਬ, ਉੱਧਰਲੇ ਪੰਜਾਬ, ਡਾਇਸਪੋਰਾ ਵਿੱਚ ਰਹਿੰਦੇ ਬੱਚਿਆਂ ਦੇ, ਪੰਜਾਬੀ ਬੱਚਿਆਂ ਦੇ, ਪੰਜਾਬੀ ਲੋਕਾਂ ਦੇ ਬੱਚੇ, ਸਾਰੇ ਉਹਨਾਂ ਦੇ ਨਾਲ ਜੁੜ ਸਕਣ, ਭਾਵੇਂ ਉਹਨਾਂ ਦਾ ਮਜ਼ਹਬ, ਭਾਵੇਂ ਉਹਨਾਂ ਦਾ ਸੋਸ਼ਲ ਸਟੇਟਸ ਕੁਝ ਵੀ ਹੋਵੇ। ਸੋ ਉਹ ਬਾਤਾਂ ਨੂੰ ਮੈਂ ਡਾਕੂਮੈਂਟ ਕਰਨਾ ਸ਼ੁਰੂ ਕੀਤਾ, ਸਚਿੱਤਰ ਕਰਨਾ ਸ਼ੁਰੂ ਕੀਤਾ। ਤੇ ਪਹਿਲਾਂ ਮੇਰੀਆਂ 5 ਕਿਤਾਬਾਂ ਦਾ ਸੈੱਟ 2013-14 ਵਿੱਚ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮੇਰੇ, ਤੁਸੀਂ ਸਾਰਿਆਂ ਨੇ ਸੁਣੀ ਹੋਗੀ। ਉਹਨੂੰ ਚੰਗੀ ਤਰ੍ਹਾਂ ਸਚਿੱਤਰ ਕਰਕੇ ਅਸੀਂ ਬਹੁਤ ਘੱਟ ਲਫ਼ਜ਼ਾਂ ਵਿੱਚ ਬੱਚਿਆਂ ਨੂੰ ਜਿੱਦਾਂ ਆਪਣੇ ਆਲੇ ਦੁਆਲੇ ਦਾ ਪਤਾ ਚੱਲੇ, ਸੁਣੀ ਜੀ ਟੁਣਕਦੀ ਹੋਈ ਕਹਾਣੀ। ਔਰ ਇਹ ਕਿਤਾਬ ਇੰਨੀ ਪੋਪੂਲਰ ਹੋਈ, ਇਹ ਕਹਾਣੀ, ਕਿ ਹੁਣ ਬੱਚੇ ਨੂੰ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ ਕਹਾਣੀ ਪਤਾ ਹੈ। ਅੱਜ ਦੀ ਤਾਰੀਖ ਵਿੱਚ ਰੱਬ ਦੀ ਮਿਹਰ ਹੈ ਕਿ ਕਰੀਬ 75,000 ਪ੍ਰਿੰਟ ਕਿਤਾਬਾਂ ਹੋ ਚੁੱਕੀਆਂ ਮੇਰੀ ਸਾਰੀਆਂ ਮਿਲਾ ਕੇ, ਜੋ ਕਿ ਇੱਕ ਕੋਈ ਵੀ ਪੰਜਾਬੀ ਲਿਖਾਰੀ ਵਾਸਤੇ ਬਹੁਤ ਵੱਡੀ ਸ਼ਾਇਦ ਅਕੰਪਲਿਸ਼ਮੈਂਟ ਹੈ। ਪਰ ਹਲੇ ਇਹ ਤੇ ਸਾਗਰ ਵਿੱਚ ਬੂੰਦ ਦੀ ਨਹੀਂ ਆਈ ਵੀ ਨਹੀਂ, ਕਿਉਂਕਿ ਅਸੀਂ ਜਿਵੇਂ ਕਿਹਾ ਕਿ ਕਿੰਨਾ 12-13 ਕਰੋੜ ਪੰਜਾਬੀ ਵਸਦਾ ਹੈ। ਹਰ ਪੰਜਾਬੀ ਬੱਚੇ ਦੇ ਹੱਥਾਂ ਵਿੱਚ ਸੋਹਣੀਆਂ ਪੰਜਾਬੀ ਦੀਆਂ ਕਿਤਾਬਾਂ ਆਉਣੀਆਂ ਲਾਜ਼ਮੀ ਨੇ, ਕਿਉਂਕਿ ਆਪਾਂ ਸੋਚਦੇ ਹਾਂ ਕਿ ਬੋਲੀ ਬੋਲ ਕੇ ਬਚੀ ਰਹੇ, ਤੇ ਇਹ ਸੰਭਵ ਨਹੀਂ ਹੈ। ਬੋਲੀ ਸਿਰਫ ਬੋਲ ਕੇ ਨਹੀਂ ਬਚੀ ਰਹੇ। ਜਦ ਤੱਕ ਤੁਸੀਂ ਰਿਟਨ ਵਰਡ ਮਤਲਬ ਸਾਹਿਤ ਦੇ ਨਾਲ ਬੱਚਿਆਂ ਨੂੰ ਨਹੀਂ ਜੋੜੋਗੇ, ਤਾਂ ਤੱਕ ਜਿਹੜੀ ਬੋਲੀ ਦਾ ਜਿਹੜਾ ਦਾਇਰਾ ਹੈ ਨਾ, ਉਹ ਭੀੜਾ ਹੁੰਦਾ ਜਾਏਗਾ। ਕਿਉਂਕਿ ਆਪਾਂ ਗੱਲਾਂ ਕਿੰਨੀਆਂ ਕਰ ਸਕਦੇ ਆਪਣੇ ਮਾਪਿਆਂ ਦੇ ਨਾਲ, ਬੱਚੇ ਕਿੰਨੀਆਂ ਗੱਲਾਂ ਕਰਦੇ ਨੇ, ਸਕੂਲ ਵਿੱਚ ਕੀ ਹੋਇਆ, ਕੀ ਖਾਣਾ ਕੀ ਪੀਣਾ ਹੈ, ਅੱਜ ਠੰਡ ਹੈ ਗਰਮੀ ਹੈ, ਮਤਲਬ ਉਹਦਾ ਜਿਹੜਾ ਸਕੋਪ ਹੈ ਉਹ ਬਹੁਤ ਭੀੜਾ ਹੈ। ਪਰ ਜਦ ਬੱਚਾ ਪੜ੍ਹਦਾ ਹੈ ਤੇ ਫਿਰ ਉਹਦੀ ਸੋਚ ਦਾ ਦਾਇਰਾ ਵੱਧਦਾ ਹੈ। ਇਸ ਕਰਕੇ ਦੱਸਿਆ ਜਾਂਦਾ ਹੈ ਕਿ ਦੁਨੀਆ ਵਿੱਚ ਅੱਜ 6-7 ਹਜ਼ਾਰ ਬੋਲੀਆਂ ਨੇ। ਯੂਨੈਸਕੋ ਦੱਸਦੀ ਹੈ ਕਿ ਉਹਦੇ ਵਿੱਚ ਇੱਕ ਤਿਹਾਈ ਬੋਲੀਆਂ ਨੇ ਜਿਹੜੀਆਂ ਉਹ ਖਤਰੇ ਤੇ, ਉਹਨਾਂ ਤੇ ਖਤਰਾ ਦਰਪੇਸ਼ ਹੈ ਕਿ ਉਹ ਮੁੱਕ ਜਾਣਗੀਆਂ। ਉਹਦੇ ਵਿੱਚ ਜਿਹੜੀਆਂ 40% ਹੈ ਉਹ ਇਮੀਡੀਏਟਲੀ ਐਕਸਟਿੰਕਸ਼ਨ ਵਿੱਚ ਹੈ, ਮਤਲਬ ਫਟਾਫਟ ਖਤਮ ਹੋਣ ਵਾਲੀਆਂ ਨੇ। ਕਹਿੰਦੇ ਨੇ ਕਿ ਹਰ 15 ਦਿਨ ਵਿੱਚ ਇੱਕ ਬੋਲੀ ਮੁੱਕਦੀ ਹੈ, ਹਮੇਸ਼ਾ ਲਈ ਮੁੱਕ ਜਾਂਦੀ ਹੈ ਉਸ 7,000 ਬੋਲੀਆਂ ਵਿੱਚ। ਸੋ ਅਸੀਂ ਸੋਚਦੇ ਹਾਂ ਕਿ ਪੰਜਾਬੀ ਬੋਲੀ, ਤੁਸੀਂ ਸੁਣਿਆ ਹੋਗਾ ਪੰਜਾਬੀ ਬੋਲੀ ਖਤਮ ਹੋਣ ਵਾਲੀ ਹੈ, ਮੁੱਕਣ ਵਾਲੀ ਹੈ। ਫਿਰ ਕਈ ਲੋਕਾਂ ਨੇ ਕਿਹਾ ਨਹੀਂ ਹੈ, ਗਲਤ ਰਿਪੋਰਟ ਹੈ, ਪੰਜਾਬੀ ਬੋਲੀ ਤੇ 10ਵੇਂ ਨੰਬਰ ਤੇ ਬੋਲੀ ਜਾਂਦੀ ਹੈ, ਹਨਾ। ਤੁਸੀਂ ਕਾਫੀ ਰਿਸਰਚ ਕੀਤੀ ਹੋਣੀ ਹੈ, ਐਸ PhD ਸਟੂਡੈਂਟ ਸੁਣਿਆ ਹੋਣਾ। ਤੇ ਮੇਰੀ ਕੀ ਸੋਚ ਹੈ, ਮੈਨੂੰ ਲੱਗਦਾ ਕਿ ਪੰਜਾਬੀ ਬੋਲੀ ਖਤਮ ਹੋ ਜਾਏਗੀ, ਕਿ ਸਾਡੀ ਮਾਂ ਬੋਲੀ ਨੂੰ ਖਤਰਾ ਦਰਪੇਸ਼ ਹੈ ਕਿ ਉਹ ਮੁੱਕ ਜਾਏ। ਮੈਨੂੰ ਲੱਗਦਾ ਹੈ ਕਿ ਬੋਲੀ ਸਾਡੀ ਹਲੇ ਕਾਫੀ ਲੰਬੀ ਚਲੇਗੀ, ਪਰ ਜਦ ਤੱਕ ਅਸੀਂ ਆਪਣੇ ਬੱਚਿਆਂ ਨੂੰ ਰਿਟਨ ਵਰਡ ਜਾਂ ਸਾਹਿਤ ਦੇ ਨਾਲ ਨਹੀਂ ਜੋੜਾਂਗੇ, ਤੇ ਖਤਰਾ ਜਿਹੜਾ ਹੈ ਉਹ ਸੱਚਾ ਹੈ, ਉਹ ਕੋਈ ਫਿਕਸ਼ਨ ਨਹੀਂ ਹੈ। ਅਸੀਂ ਡਾਇਸਪੋਰਾ ਵਿੱਚ ਜਦ ਦੇਖਿਆ, ਤੁਸੀਂ ਵਹੀਰਾ ਘੱਟ ਕੇ ਪੰਜਾਬੀ ਜਾ ਰਹੇ ਨੇ ਬਾਹਰ, ਹਰ ਦੂਜਾ ਬੰਦਾ ਆਇਲਸ ਕਰਕੇ ਬਾਹਰ ਜਾ ਰਿਹਾ।
ਉਹਨਾਂ ਦੀ ਮੈਂ ਆਪਣੇ ਅੱਖੀ ਡਿੱਠਾ, ਜਿਹੜਾ ਮੇਰਾ ਜੋ ਮੈਂ ਦੇਖਿਆ ਹੈ ਉਹ ਇਹ ਹੈ, ਉਹਦਾ ਜਿਹੜੀ ਨਿਚੋੜ ਇਹ ਕੱਢੀ ਹੈ ਕਿ ਇੱਕ ਪੀੜ੍ਹੀ ਵੱਧ ਤੋਂ ਵੱਧ 2 ਪੀੜ੍ਹੀਆਂ ਬਾਅਦ ਬੋਲੀ ਉਹਨਾਂ ਦੀ ਮੁੱਕ ਜਾਂਦੀ ਹੈ। ਐਨ ਪੰਜਾਬ ਤੋਂ ਪਿੰਡਾਂ ਤੋਂ ਗਏ ਹੋਏ ਲੋਕੀ, ਉਹਨਾਂ ਦੇ ਬੱਚੇ ਬਚਪਨ ਵਿੱਚ ਤੇ ਪੰਜਾਬੀ ਬੋਲਦੇ, ਐਸ ਸੂਨ ਐਜ਼ ਉਹ ਸਕੂਲ ਵਿੱਚ ਜਾਣਾ ਸ਼ੁਰੂ ਕਰਦੇ ਨੇ, ਉਹਨਾਂ ਦੀ ਪੰਜਾਬੀ ਘੱਟ ਹੋ ਜਾਂਦੀ ਹੈ। ਫਿਰ ਉਹ ਹਾਈ ਸਕੂਲ ਤੱਕ ਜਾਂਦੇ ਨੇ, ਆਪਣੇ ਮਾਪਿਆਂ ਦੇ ਨਾਲ ਅੰਗਰੇਜ਼ੀ 'ਚ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਤਾਂ ਤੱਕ ਉਹਨਾਂ ਦੇ ਮਾਪਿਆਂ ਨੂੰ ਵੀ ਟੁੱਟੀ ਫੁੱਟੀ ਅੰਗਰੇਜ਼ੀ ਆ ਜਾਂਦੀ ਹੈ। ਉਹ ਫਿਰ ਹੌਲੀ ਹੌਲੀ ਪੰਜਾਬ ਦੇ ਨਾਲ ਉਹਨਾਂ ਦਾ ਕਨੈਕਸ਼ਨ ਘੱਟ ਹੋ ਜਾਂਦਾ ਆ। ਲਿਖਣ ਪੜ੍ਹਨ ਵਿੱਚ ਜ਼ੋਰ ਨਹੀਂ ਲਾਉਂਦੇ ਆ ਸਾਡੇ ਪੰਜਾਬੀ ਉੱਥੇ ਜਾ ਕੇ। ਉਹਨਾਂ ਨੂੰ ਲੱਗਦਾ ਕਿ ਪੰਜਾਬੀ ਤੇ ਅਸੀਂ ਪਿੱਛੇ ਛੱਡ ਆਏ ਹਾਂ, ਉਹਦੀ ਕੀ ਲੋੜ ਹੈ, ਅੰਗਰੇਜ਼ੀ ਆਏ ਸਾਡੇ ਬੱਚਿਆਂ ਨੂੰ। ਉਹਨਾਂ ਦੀ ਅਗਲੀ ਪੀੜ੍ਹੀ ਦੇ ਵਿੱਚ ਤੇ ਪੰਜਾਬੀ ਜਾ ਕੇ ਟੋਟਲੀ ਮੁੱਕ ਜਾਂਦੀ ਹੈ, ਕੰਪਲੀਟਲੀ। ਸੋ ਜੇ ਆਪਾਂ ਪੰਜਾਬੀ ਇੰਨਾ ਪ੍ਰਵਾਸ ਕਰ ਰਹੇ ਹਾਂ ਤੇ ਇਹ ਖਤਰਾ ਐਕਚੁਅਲੀ ਸੱਚਾ ਹੋ ਜਾਂਦਾ ਹੈ ਕਿ ਪੰਜਾਬੀ ਬੋਲੀ ਜਿਹੜੀ ਹੈ ਸਾਡੀ ਜਨਰੇਸ਼ਨ ਵਾਸਤੇ ਮੁੱਕ ਰਹੀ ਹੈ। ਦੂਜਾ ਜਿਹੜਾ ਆਰਥਿਕ ਕਾਰਨ ਹੈ ਕਿ ਪੰਜਾਬੀ ਬੋਲੀ ਨੂੰ ਅਗਰ ਆਰਥਿਕ ਸੂਤਰਾਂ ਦੇ ਨਾਲ ਨਹੀਂ ਜੋੜਿਆ ਗਿਆ ਤਾਂ ਵੀ ਪੰਜਾਬੀ ਨੂੰ ਖਤਰਾ ਦਰਪੇਸ਼ ਹੈ। ਤੀਜਾ ਜਿਹੜਾ ਹੁੰਦਾ ਹੈ ਸਿਆਸੀ ਦਬਾਅ ਤੇ ਤੁਹਾਨੂੰ ਪਤਾ ਹੀ ਹੈ ਪੰਜਾਬੀ ਬੋਲੀ ਤੇ ਬਹੁਤ ਹੈ। ਤੇ ਚੌਥਾ ਹੁੰਦਾ ਹੈ ਗੈਰ ਜ਼ਿੰਮੇਵਾਰੀ, ਜਿਹੜੀ ਕਿ ਮੈਂ ਸਮਝਦੀ ਹਾਂ ਕਿ ਸਾਡੀ ਪੰਜਾਬੀ ਬੋਲੀ ਦੇ ਮੁੱਕਣ ਵਿੱਚ ਜੇ ਸਭ ਤੋਂ ਵੱਡਾ ਕਾਰਨ ਹੋਊਗਾ ਉਹ ਹੋਊਗਾ ਸਾਡੀ ਗੈਰ ਜ਼ਿੰਮੇਵਾਰੀ। ਸੋ ਉਸ ਦੇ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਕੰਮ ਕਰਨਾ ਲਾਜ਼ਮੀ ਹੈ। ਔਰ ਆਪਣੇ ਘਰਾਂ ਵਿੱਚ ਕੋਈ ਸਿਆਸਤ ਤੁਹਾਨੂੰ ਇਹ ਤੇ ਨਹੀਂ ਕਹਿ ਰਹੀ ਕਿ ਤੁਸੀਂ ਆਪਣੇ ਘਰ ਵਿੱਚ ਪੰਜਾਬੀ ਨਾ ਬੋਲੋ, ਕੋਈ ਸਿਆਸਤ ਤੁਹਾਨੂੰ ਇਹ ਤੇ ਨਹੀਂ ਕਹਿ ਰਹੀ ਕਿ ਤੁਸੀਂ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਨਾ ਪੜ੍ਹਾਓ। ਭਾਵੇਂ ਤੁਹਾਡੇ ਸਕੂਲਾਂ ਵਿੱਚ ਤੁਸੀਂ ਕਹਿੰਦੇ ਹੋ ਸਾਡੇ ਬੱਚੇ ਸਕੂਲ ਵਿੱਚ ਜਾਂਦੇ ਤੇ ਉਹਨਾਂ ਦੇ ਉੱਪਰ ਪ੍ਰੈਸ਼ਰ ਹੈ ਕਿ ਅੰਗਰੇਜ਼ੀ ਵਿੱਚ ਹੀ ਗੱਲ ਕਰੋ ਜਾਂ ਹਿੰਦੀ 'ਚ ਗੱਲ ਕਰੋ, ਪਰ ਬੱਚਾ ਜ਼ਿਆਦਾ ਸਮਾਂ ਕਿੱਥੇ ਕੱਢਦਾ ਹੈ, ਘਰ ਵਿੱਚ ਕੱਢਦਾ ਹੈ ਨਾ। ਤੇ ਘਰ ਵਿੱਚ ਤੇ ਅਸੀਂ ਉਹਨਾਂ ਨੂੰ ਪੰਜਾਬੀ ਦੇ ਨਾਲ ਜੋੜ ਸਕਦੇ ਹਾਂ ਨਾ। ਇਹ ਤੇ ਸਾਡੀ ਕੰਪਲੀਟ ਇਰਰਿਸਪੌਂਸਿਬਿਲਿਟੀ, ਗੈਰ ਜ਼ਿੰਮੇਵਾਰੀ ਹੈ ਕਿ ਅਸੀਂ ਕਹਿ ਦਈਏ ਕਿ ਜੀ ਇਹ ਤੇ STPC ਦੀ ਕਮੀ ਹੈ, ਉਹ ਪੰਜਾਬੀ ਦੇ ਵਾਸਤੇ ਕੁਛ ਨਹੀਂ ਕਰ ਰਹੀ, ਜੀ ਇਹ ਤਾਂ ਸਰਕਾਰ ਦੀ ਕਮੀ ਹੈ, ਉਹ ਕੁਛ ਨਹੀਂ ਕਰ ਰਹੀ, ਇਹ ਤੇ ਸਕੂਲਾਂ ਦੀ ਕਮੀ ਹੈ। ਹੁਣ ਸਕੂਲਾਂ ਨੂੰ ਫੰਡ ਕੌਣ ਕਰਦਾ? ਤੁਸੀਂ ਕਰਦੇ ਹੋ, ਹਨਾ। ਆਪਣੇ ਬੱਚਿਆਂ ਨੂੰ ਆਪਾਂ ਕਨਵੈਂਟ ਸਕੂਲਾਂ ਵਿੱਚ ਪਾ ਰਹੇ ਹਾਂ, ਪ੍ਰਾਈਵੇਟ ਸਕੂਲਾਂ ਵਿੱਚ ਪਾ ਰਹੇ ਹਾਂ, ਫਿਰ ਕਹਿੰਦੇ ਕਿ ਜੀ ਉਹ ਪੰਜਾਬੀ ਤੋਂ ਨਫ਼ਰਤ ਕਰਦੇ ਨੇ, ਪਰ ਸਕੂਲਾਂ ਨੂੰ ਫੰਡ ਤੇ ਅਸੀਂ ਕਰ ਰਹੇ ਹਾਂ ਨਾ। ਸੋ ਇਹ ਜਿਹੜੀ ਗੈਰ ਜ਼ਿੰਮੇਵਾਰਾਨਾ ਐਟੀਟਿਊਡ ਹੈ ਸਾਡਾ, ਉਹ ਮੈਨੂੰ ਲੱਗਦਾ ਸਭ ਤੋਂ ਵੱਡਾ ਕਾਰਨ ਹੈ ਜੇ ਪੰਜਾਬੀ ਬੋਲੀ ਦੇ ਪਤਨ ਦਾ ਜੇ ਹੋਊਗਾ। ਸੋ ਬੋਲੀ ਜਿਹੜੀ ਹੈ ਉਹ ਕਿਉਂ ਮੁੱਕਦੀ ਹੈ? ਇਸ ਕਰਕੇ ਨਹੀਂ ਮੁੱਕਦੀ ਕਿ ਕੋਈ ਅਮੀਰ ਬੋਲੀ ਉਸਦੀ ਥਾਂ ਲੈ ਲੈਂਦੀ ਹੈ। ਬੋਲੀ ਇਸ ਕਰਕੇ ਮੁੱਕਦੀ ਹੈ ਕਿ ਉਸਨੂੰ ਬੋਲਣ ਵਾਲੇ ਬੋਲਣੋਂ ਹਟ ਜਾਂਦੇ ਨੇ। ਸੋ ਇਹ ਮੇਰੇ ਜਿਹੜਾ ਸਫ਼ਰ ਹੈ 5 ਕਿਤਾਬਾਂ ਤੋਂ, ਬੋਰਡ ਬੁੱਕਸ ਤੋਂ ਸ਼ੁਰੂ ਹੋ ਕੇ ਫਿਰ ਜਦ ਮੈਂ ਪੰਜਾਬ ਆਈ 2017 ਵਿੱਚ, ਮੈਨੂੰ ਲੱਗਿਆ ਕਿ ਪੰਜਾਬ ਵਿੱਚ ਵੀ ਫਿਰ ਡਾਇਸਪੋਰਾ ਵਿੱਚ ਤੇ ਬਹੁਤ ਇਹਨਾਂ ਦਾ 4 ਸਾਲ ਵਿੱਚ 3000 ਸੈਟਸ ਮੈਂ ਛਪਾਏ ਸੀਗੇ, 4 ਸਾਲ ਲੱਗੇ ਔਰ ਉਹ ਮੁੱਕ ਕੇ। ਫਿਰ ਮਾਪਿਆਂ ਨੇ ਮੈਨੂੰ ਚਿੱਠੀਆਂ ਲਿਖੀਆਂ ਕਿ ਸਾਡੇ ਬੱਚਿਆਂ ਦੇ ਕੋਲ ਸੈਂਕੜੇ ਅੰਗਰੇਜ਼ੀ ਦੀਆਂ ਕਿਤਾਬਾਂ ਨੇ, ਪਰ ਉਹ ਰੋਜ਼ ਤੁਹਾਡੀਆਂ ਕਿਤਾਬਾਂ ਲੈ ਕੇ ਆਉਂਦੇ ਨੇ ਔਰ ਕਹਿੰਦੇ ਨੇ ਸਾਨੂੰ ਪੜ੍ਹ ਕੇ ਸੁਣਾਓ। ਤੇ ਉਹ ਰੋਮਨ ਲਿਪੀ ਵਿੱਚ ਵੀ ਹੋਣ ਕਰਕੇ ਜਿਹੜੇ ਦੂਜੀ ਔਰ ਤੀਜੀ ਜਨਰੇਸ਼ਨ ਦੇ ਮਾਪੇ ਪੰਜਾਬੀ ਬੋਲੀ ਤੋਂ ਟੁੱਟ ਗਏ ਸੀਗੇ, ਜਿਨ੍ਹਾਂ ਦੇ ਮਾਪਿਆਂ ਨੇ ਉਹਨਾਂ ਨੂੰ ਬੋਲੀ ਦੇ ਨਾਲ ਨਹੀਂ ਜੋੜਿਆ, ਉਹ ਵੀ ਪੰਜਾਬੀ ਗੁਰਮੁਖੀ ਸਕ੍ਰਿਪਟ ਪੜ੍ਹਨੀ ਸਿੱਖ ਗਏ ਇਹਨਾਂ ਦੇ ਕਰਕੇ। ਸੋ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਹੋਰ ਕਹਾਣੀਆਂ ਲਿਖੋ, ਹੋਰ ਕਿਤਾਬਾਂ ਬਣਾਓ। ਤੇ ਫਿਰ ਉਸ ਤੋਂ ਬਾਅਦ ਮੇਰਾ 1 2 3 4 5 ਕਿਤਾਬਾਂ ਸੀ ਬੋਰਡ ਬੁੱਕਸ। ਉਸ ਤੋਂ ਬਾਅਦ ਬੁੱਕ 6 7 8 6 7 8 ਹੋਰ ਥੋੜੇ ਵੱਡੇ ਬੱਚਿਆਂ ਵਾਸਤੇ ਮੈਂ ਤਿਆਰ ਕੀਤੀਆਂ। ਤੇ ਮੇਰਾ ਸਾਰਾ ਕੰਮ ਬਾਇਲਿੰਗੁਅਲ ਹੈ, ਇੰਗਲਿਸ਼ ਔਰ ਪੰਜਾਬੀ ਦੋਵਾਂ ਵਿੱਚ। ਤੇ ਇਹ ਜਿਹੜੀਆਂ ਥੋੜੇ ਵੱਡੇ ਬੱਚਿਆਂ ਵਾਸਤੇ ਕਹਾਣੀਆਂ ਲਿਖੀਆਂ ਮੈਂ, ਕਹਾਣੀਆਂ ਰੀਟੈਲ ਕੀਤੀਆਂ ਮਤਲਬ, ਕਿਉਂਕਿ ਇਹ ਤੇ ਹੈਂਡ ਕਹਾਣੀਆਂ ਜਿਹੜੀਆਂ ਮੁੱਢ ਕਦੀਮ ਤੋਂ ਚੱਲੀਆਂ ਆ ਰਹੀਆਂ ਨੇ। ਔਰ ਸਾਡਾ ਲੋਕ ਸਾਹਿਤ ਵਣਜਾਰਾ ਬੇਦੀ ਤੇ ਆਪਣਾ ਸੁਖਦੇਵ ਮਾਤਪੁਰੀ ਹੋਰਾਂ ਨੇ ਕਾਫੀ ਸੋਹਣਾ ਸਾਂਭਿਆ ਹੋਇਆ। ਸੋ ਮੈਂ ਉਹ ਕਹਾਣੀਆਂ ਲੈ ਕੇ ਫਿਰ ਤੋਂ ਲਿਖੀਆਂ ਤਾਂ ਜੋ ਬੱਚੇ ਉਹਨਾਂ ਦੇ ਨਾਲ ਜੁੜ ਸਕਣ, ਉਹਨਾਂ ਨੂੰ ਸਚਿੱਤਰ ਕਰਾਇਆ। ਤੇ ਇਹ ਥੋੜਾ ਜਿਹਾ ਮੇਰਾ ਸਫ਼ਰ ਸੀਗਾ। ਫਿਰ ਉਸ ਤੋਂ ਬਾਅਦ ਜਦ ਮੈਂ ਪੰਜਾਬ ਆਈ 2017 ਵਿੱਚ, ਮੈਨੂੰ ਲੱਗਿਆ ਕਿ ਪੰਜਾਬ ਵਿੱਚ ਵੀ ਇੰਨੀ ਲੋੜ ਹੈ ਇਸ ਪ੍ਰੋਜੈਕਟ ਦੀ ਜਿੰਨਾ ਕਿ ਉੱਥੇ ਸੀਗੀ। ਸੋ ਮੈਂ ਇਹ ਸਾਂਝਾ ਪੰਜਾਬ ਛਾਪ, ਜਿਹੜੀ ਕਿ ਕਿਉਂਕਿ ਇਹ ਬੋਰਡ ਬੁੱਕਸ ਜਿਹੜੀਆਂ ਹਨ ਇਹ ਬਹੁਤ ਮਹਿੰਗੀਆਂ ਪੈਂਦੀਆਂ ਨੇ,
ਸਾਡੀ ਕੌਮ ਦਾ ਜਿਹੜਾ ਦੇ ਮਾੜੇ ਭਾਗ ਹੈਗੇ ਕਿ ਅਸੀਂ ਕਿਤਾਬਾਂ ਤੇ ਪੈਸੇ ਨਹੀਂ ਇਨਵੈਸਟ ਕਰਨਾ ਚਾਹੁੰਦੇ। ਸਾਨੂੰ ਲੱਗਦਾ ਕਿਤਾਬਾਂ ਤੇ ਫ੍ਰੀ ਵਿੱਚ ਹੀ ਮਿਲ ਜਾਣ, ਤੇ ਬੱਚਿਆਂ ਵਾਸਤੇ ਤੇ ਕੋਈ ਇਨਵੈਸਟ ਨਹੀਂ ਕਰਨਾ ਚਾਹੁੰਦਾ। ਸੋ ਇਹ ਇੱਥੇ ਛਪਾਉਣੀਆਂ ਬਹੁਤ ਔਖਾ ਕੰਮ ਸੀਗਾ, ਬਹੁਤ ਮਹਿੰਗਾ ਕੰਮ ਹੋਣਾ ਸੀਗਾ। ਸੋ ਅਸੀਂ 5 ਕਿਤਾਬਾਂ ਨੂੰ ਕੰਪਾਈਲ ਕਰਕੇ ਸਾਂਝਾ ਪੰਜਾਬ ਛਾਪ, ਜਿਹਦੇ ਵਿੱਚ ਗੁਰਮੁਖੀ, ਸ਼ਾਹਮੁਖੀ ਤੇ ਅੰਗਰੇਜ਼ੀ ਹੈ। ਔਰ ਉਹ ਸ਼ਾਹਮੁਖੀ ਦੀ ਵੀ ਇੱਕ ਕਹਾਣੀ ਹੈ ਕਿ ਕਿਸ ਤਰ੍ਹਾਂ ਕਿਉਂ ਅਸੀਂ ਇਨਕਲੂਡ ਕੀਤੀ ਸ਼ਾਹਮੁਖੀ ਇਹਦੇ ਵਿੱਚ। ਇੱਕ ਲਹਿੰਦੇ ਪੰਜਾਬ ਤੋਂ ਲਿਖਾਰੀ ਹਨ ਮਹਿਮੂਦ ਅਵਾਨ, ਜਿਹੜੇ ਕਿ ਤੁਸੀਂ ਸੁਣਿਆ ਹੋਣਾ ਕਿ ਲਹਿੰਦੇ ਪੰਜਾਬ ਵਿੱਚ ਜੋ MA ਕਰਦੇ ਨੇ ਪੰਜਾਬੀ ਵਿੱਚ, ਉਹ ਸ਼ਾਹਮੁਖੀ ਦੇ ਨਾਲ ਨਾਲ ਗੁਰਮੁਖੀ ਵੀ ਸਿੱਖਦੇ ਨੇ। ਕਿ ਸ਼ਾਹਮੁਖੀ ਦੇ ਬਾਰੇ ਤੁਸੀਂ ਜਾਣਦੇ ਹੋ ਸ਼ਾਹਮੁਖੀ ਕੀ ਹੁੰਦੀ ਹੈ? ਤੇ ਜਦ ਪੰਜਾਬੀ ਬੋਲੀ ਨੂੰ ਤੁਸੀਂ ਫਾਰਸੀ ਲਿਪੀ ਵਿੱਚ ਲਿਖਦੇ ਹੋ, ਉਹਨੂੰ ਸ਼ਾਹਮੁਖੀ ਕਿਹਾ ਜਾਂਦਾ। ਸੋ ਉੱਥੇ ਜਿਹੜਾ ਜਦ ਉਹ MA ਕਰਦੇ ਨੇ ਪੰਜਾਬੀ ਵਿੱਚ, ਉਹਨਾਂ ਨੂੰ ਗੁਰਮੁਖੀ ਵੀ ਸਿਖਾਈ ਜਾਂਦੀ ਹੈ, ਕਿਉਂਕਿ ਪੰਜਾਬੀ ਦਾ ਜ਼ਿਆਦਾ ਇਤਿਹਾਸ ਗੁਰਮੁਖੀ, ਜ਼ਿਆਦਾ ਲਿਟਰੇਚਰ ਜਿਹੜਾ ਸਾਹਿਤ ਹੈ ਉਹ ਗੁਰਮੁਖੀ ਵਿੱਚ ਲਿਖਿਆ ਹੋਇਆ। ਸੋ ਮਹਿਮੂਦ ਅਵਾਨ ਸਾਹਿਬ, ਉਹਨਾਂ ਨੇ ਮੇਰੀਆਂ ਕਿਤਾਬਾਂ, ਉਹਨਾਂ ਨੂੰ ਪਤਾ ਚੱਲਿਆ, ਆਪਣੇ ਬੱਚਿਆਂ ਵਾਸਤੇ ਕਿਤਾਬਾਂ ਲੱਭਦੇ ਸੀਗੇ, ਉਹਨਾਂ ਨੂੰ ਪਤਾ ਚੱਲਿਆ, ਉਹਨਾਂ ਨੇ ਆਇਰਲੈਂਡ ਹੁੰਦੇ ਆ, ਉਹਨਾਂ ਨੇ ਕਿਤਾਬਾਂ ਮੰਗਵਾਈਆਂ ਤੇ ਜਾ ਕੇ ਆਪਣੇ ਬੱਚਿਆਂ ਨੂੰ ਲੇਲਾ ਤੇ ਢੋਲ, ਜੱਟ ਤੇ ਘੁੱਗੀ, ਭੁੱਖੜ ਕੀੜੀ ਸੁਣਾਉਣੀਆਂ ਸ਼ੁਰੂ ਕੀਤੀਆਂ। ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਬੱਚੇ ਜਿਹੜੇ ਕਿ ਅੰਗਰੇਜ਼ੀ ਬੋਲਦੇ ਸੀ ਔਰ ਉਰਦੂ ਦਾ ਵੀ ਇੱਕ ਲਫ਼ਜ਼ ਨਹੀਂ ਬੋਲ ਸਕਦੇ ਸੀ, ਉਹ ਕਿਤਾਬਾਂ ਦੇ ਨਾਲ ਏਦਾਂ ਜੁੜੇ ਕਿ ਕਹਿੰਦੇ ਸੀਗੇ ਕਿ ਅਬ ਰੋਜ਼ ਸੁਣਾਓ ਤੁਸੀਂ, ਹਨਾ, ਉਹ ਲੈ ਕੇ ਆ ਜਾਂਦੇ ਸੀ ਕਿਤਾਬਾਂ। ਤੇ ਉਹਨਾਂ ਨੇ 1-2 ਮਹੀਨੇ ਵਿੱਚ ਦੇਖਿਆ ਉਹਨਾਂ ਦੇ ਬੱਚਿਆਂ ਨੂੰ ਸਾਰੀਆਂ 5 ਕਹਾਣੀਆਂ ਯਾਦ ਹੋ ਗਈਆਂ। ਫਿਰ ਉਹਨਾਂ ਨੇ ਦੇਖਿਆ ਕਿ ਉਹ ਲਫ਼ਜ਼ਾਂ ਨੂੰ ਵਰਤਣ ਲੱਗ ਪਏ ਆਪਣੇ ਆਲੇ ਦੁਆਲੇ, ਆਪਣੀ ਜ਼ਿੰਦਗੀ ਵਿੱਚ, ਆਪਣੇ ਛੋਟੇ-ਛੋਟੇ ਉਹਦੇ ਜਿਹੜੇ ਵਾਕ ਸੀਗੇ ਉਹ ਮਤਲਬ ਉਹ ਵਰਤਣ ਲੱਗ ਪਏ। ਤੇ ਉਹਨਾਂ ਨੂੰ ਲੱਗਿਆ ਕਿ ਇਹ ਕਿਤਾਬਾਂ ਵਿੱਚ ਕੁਝ ਹੈ। ਤੇ ਉਹਨਾਂ ਨੇ ਮੇਰਾ ਇੰਟਰਵਿਊ ਕੀਤਾ, ਜਿਹੜਾ ਕਿ ਪਾਕਿਸਤਾਨ ਵਿੱਚ ਹਰ ਸੰਡੇ ਨਿਊਜ਼ ਚਾਰੇ ਥਾਵਾਂ ਤੋਂ ਛਪਿਆ। ਤੇ ਉਹਨਾਂ ਨੇ ਬੇਨਤੀ ਕੀਤੀ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਕਿਸਤਾਨੀ ਪੰਜਾਬ ਵਿੱਚ ਪਬਲਿਸ਼ਰ ਲੱਭਦੇ ਹੋ ਤੇ ਤੁਸੀਂ ਜੇ ਸਮਝਦੇ ਹੋ ਕਿ ਉੱਥੇ ਦੇ ਬੱਚਿਆਂ ਦੇ ਕੋਲ ਚੰਗੀਆਂ ਕਿਤਾਬਾਂ ਨਹੀਂ, ਤੇ ਅਸੀਂ ਸਾਡਾ ਆਰਟ ਵਰਕ ਔਰ ਸਾਡੀ ਜਿਹੜੀ ਇਬਾਰਤ ਹੈ ਤੁਹਾਨੂੰ ਦੇ ਦੇਵਾਂਗੇ, ਤੁਸੀਂ ਉੱਥੇ ਕਿਤਾਬਾਂ ਛਪਾ ਲਓ। ਉਹਨਾਂ ਨੇ ਪਬਲਿਸ਼ਰਸ ਨੂੰ ਅਪੀਲ ਕੀਤੀ ਕਿ ਇਹ ਕਿਤਾਬਾਂ ਤੁਸੀਂ ਛਪਾਉਣਾ ਚਾਹੋਗੇ ਕੋਈ ਤੇ ਕੋਲੈਬੋਰੇਟ ਕਰ ਸਕਦੇ ਆ, ਪਰ ਕਿਸੇ ਦਾ ਹੁੰਗਾਰਾ ਨਹੀਂ ਮਿਲਿਆ। ਸੋ ਉਹ ਬਹੁਤ ਦੁਖੀ ਹੋਏ। ਉਹਨਾਂ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਵੀ ਲੋੜ ਹੈ, ਪੰਜਾਬੀ ਦੀਆਂ ਕਿਤਾਬਾਂ ਹੈ ਹੀ ਨਹੀਂ ਉੱਥੇ, ਸਾਡੇ ਕੋਲ ਤੇ ਬਹੁਤ ਜ਼ਖੀਰਾ ਪਿਆ ਹੈ। ਉਹਨਾਂ ਦਾ ਲੈਵਲ ਸ਼ਾਇਦ ਉਹਨਾਂ ਉੱਚਾ ਨਹੀਂ ਹੈ, ਪਰ ਸਾਡੇ ਕੋਲ ਬਾਲ ਸਾਹਿਤ ਬਹੁਤ ਹੈ ਔਰ ਬਹੁਤ ਪਿਆਰਾ ਵੀ ਹੈ, ਜਿਹੜੇ ਪੁਰਾਣੇ ਲਿਖਾਰੀਆਂ ਦਾ, ਗੁਰਦਿਆਲ ਸਿੰਘ, ਜਸਬੀਰ ਸਿੰਘ ਭੁੱਲਰ ਹੋਣਾ ਦਾ ਬਹੁਤ ਸੋਹਣਾ ਲਿਖਿਆ ਹੋਇਆ ਬਾਲ ਸਾਹਿਤ ਹੈ, ਪਰ ਉੱਥੇ ਕੁਝ ਵੀ ਬਾਲ ਸਾਹਿਤ ਦੇ ਨਾਂ ਤੇ ਅਵੇਲੇਬਲ ਨਹੀਂ ਹੈ। ਸੋ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਰੋ। ਤੇ ਅਸੀਂ ਕਿਹਾ ਕਿ ਅਸੀਂ ਛਪਵਾ ਦਿੰਦੇ ਹਾਂ। ਸੋ ਜਿਹੜੀ ਹੈ ਅਸੀਂ ਇਸ ਪੰਜਾਬ ਵਾਸਤੇ ਕਿਤਾਬ ਛਪਾਉਣ ਲੱਗੇ ਸੀਗੇ, ਤੇ ਅਸੀਂ ਸੋਚਿਆ ਕਿ ਉਹਦੇ ਵਿੱਚ ਸ਼ਾਹਮੁਖੀ ਸਕ੍ਰਿਪਟ ਵੀ ਕਿਉਂ ਨਾ ਪਾ ਦਈਏ, ਸੋ ਲਹਿੰਦੇ ਪੰਜਾਬ ਦੇ ਬੱਚੇ ਵੀ ਲਾਹਾ ਲੈ ਸਕਣ। ਸੋ ਇਹਦੇ ਵਿੱਚ ਤੁਸੀਂ ਦੇਖੋਗੇ ਗੁਰਮੁਖੀ, ਸ਼ਾਹਮੁਖੀ ਤੇ ਅੰਗਰੇਜ਼ੀ ਟ੍ਰਾਂਸਲੇਸ਼ਨ। ਹੁਣ ਤੁਸੀਂ ਪੁੱਛੋਗੇ ਕਿ ਅੰਗਰੇਜ਼ੀ ਕਿਉਂ ਰੱਖੀ ਤੁਸੀਂ, ਜਦ ਪੰਜਾਬੀ ਬੋਲੀ ਵਾਸਤੇ ਕੰਮ ਕਰ ਰਹੇ ਹੋ, ਤੇ ਅੰਗਰੇਜ਼ੀ ਕਿਉਂ ਰੱਖੀ ਹੈ? ਉਹਦੇ 2 ਕਾਰਨ ਹਨ ਕਿ ਇੱਕ ਤੇ ਜਿਹੜੇ ਡਾਇਸਪੋਰਾ ਵਿੱਚ ਸਾਡੇ ਬੱਚੇ ਨੇ, ਉਹ ਅੰਗਰੇਜ਼ੀ ਬੋਲੀ ਬੋਲਦੇ, ਪੜ੍ਹਦੇ, ਲਿਖਦੇ ਨੇ। ਜਦ ਉਹਨਾਂ ਨੂੰ ਵਾਕ ਤੋਂ ਵਾਕ ਇੱਥੇ ਪੰਜਾਬੀ, ਇੱਥੇ ਅੰਗਰੇਜ਼ੀ ਲਿਖੀ ਹੈ, ਤੇ ਉਹਨਾਂ ਨੂੰ ਪੰਜਾਬੀ ਸਮਝਣ ਵਿੱਚ ਸੌਖ ਹੋਵੇਗੀ। ਔਰ ਇੱਥੇ ਦੇ ਬੱਚਿਆਂ ਨੂੰ ਅੰਗਰੇਜ਼ੀ ਸਮਝਣ ਵਿੱਚ ਚੰਗੀ ਪੰਜਾਬੀ, ਠੇਠ ਪੰਜਾਬੀ ਤੇ ਨਾਲ ਹੀ ਅੰਗਰੇਜ਼ੀ ਦੀ ਵਾਕ ਬਣਤਰ ਕਿਸ ਤਰ੍ਹਾਂ ਕਰਨੀ ਹੈ, ਔਰ ਔਖੇ ਲਫ਼ਜ਼ਾਂ ਦਾ ਅੰਗਰੇਜ਼ੀ ਤਰਜਮਾ ਉਹਨਾਂ ਨੂੰ ਇੱਥੇ ਮਿਲ ਜਾਏਗਾ। ਮੈਂ ਆਲ ਓਵਰ ਇੰਡੀਆ, ਜਦ ਮੈਂ ਟੈਕਨੋਲੋਜੀ ਵਿੱਚ ਕੰਮ ਕੀਤਾ ਸੀਗਾ USA ਵਿੱਚ, ਤੇ ਮੈਂ ਦੇਖਦੀ ਸਾਂ ਕਿ ਜਿਹੜੇ ਪੰਜਾਬ ਦੇ ਸਾਡੇ ਬੱਚੇ ਆਉਂਦੇ ਆ, ਨਵੇਂ ਆਉਂਦੇ ਆ, ਅਵਲ ਤੇ ਮੈਨੂੰ ਘੱਟ ਹੀ ਨਜ਼ਰ ਆਉਂਦੇ ਸੀਗੇ ਟੈਕਨੋਲੋਜੀ ਵਿੱਚ, ਹਾਈਟੈਕ ਜੌਬਸ ਵਿੱਚ ਪੰਜਾਬ ਦੇ। ਪੂਰੇ ਇੰਡੀਆ ਦੇ ਸਾਊਥ ਵਿੱਚ ਮਿਲ ਜਾਣਗੇ, ਦਿੱਲੀ, ਬੰਬੇ ਦੇ ਮਿਲ ਜਾਣਗੇ, ਪਰ ਪੰਜਾਬ ਤੋਂ ਮੈਂ ਤਰਸਦੀ ਸੀ ਕਿ ਸਾਡੇ ਪੰਜਾਬ ਤੋਂ ਕੋਈ ਹੋਵੇ, ਤੇ ਬਹੁਤ ਹੀ ਘੱਟ ਹੁੰਦੇ ਸੀਗੇ ਟੈਕਨੋਲੋਜੀ ਵਗੈਰਾ ਏਰੀਆ ਵਿੱਚ। ਦੂਜਾ, ਜਦ ਮੈਨੂੰ ਮਿਲਦੇ ਸੀਗੇ, ਮੈਨੂੰ ਲੱਗਦਾ ਸੀਗਾ ਕਿ ਉਹ ਹਮੇਸ਼ਾ ਇੰਗਲਿਸ਼ ਵਿੱਚ ਸਟਰਗਲ ਕਰਦੇ ਆ, ਤੇ ਮੈਨੂੰ ਲੱਗਦਾ ਮੈਂ ਪੰਜਾਬੀ ਔਰ ਅੰਗਰੇਜ਼ੀ ਦੀ ਲੜਾਈ, ਮੈਂ ਨਹੀਂ ਸਮਝਦੀ ਕਿ ਪੰਜਾਬੀ ਦੀ ਅੰਗਰੇਜ਼ੀ ਦੇ ਨਾਲ ਲੜਾਈ ਹੈ, ਮੈਂ ਸਮਝਦੀ ਹਾਂ ਪੰਜਾਬੀਆਂ ਦੀ ਆਪਣੇ ਆਪ ਦੇ ਨਾਲ ਲੜਾਈ ਹੈ। ਤੇ ਅਸੀਂ ਬਸ ਹੀਨ ਭਾਵਨਾ ਦੇ ਸ਼ਿਕਾਰ ਹਾਂ, ਇਸ ਕਰਕੇ ਆਪਾਂ ਪੰਜਾਬੀ ਨੂੰ ਹੇਠਾਂ ਰੱਖਿਆ ਹੋਇਆ। ਸਾਨੂੰ ਦੋਵੇਂ ਬੋਲੀਆਂ ਵਿੱਚ ਪਰਪੱਕ ਹੋਣਾ ਚਾਹੀਦਾ, ਪੰਜਾਬੀ ਔਰ ਅੰਗਰੇਜ਼ੀ ਗਲੋਬਲ ਲੈਂਗੁਏਜ ਹੈ, ਤੇ ਇਸ ਕਰਕੇ ਮੈਂ ਦੋਵੇਂ ਲੈਂਗੁਏਜਸ ਨੂੰ ਇਕੱਠੇ ਰੱਖਿਆ।
ਤੇ ਦੂਜਾ ਇੱਕ ਮੈਸੇਜ ਵੀ ਦੇ ਰਹੇ ਹਾਂ ਆਪਾਂ ਕਿ ਆਪਣੇ ਬੱਚਿਆਂ ਨੂੰ ਕਿ ਅੰਗਰੇਜ਼ੀ ਔਰ ਪੰਜਾਬੀ ਤੁਹਾਡੇ ਵਾਸਤੇ ਬਰਾਬਰ ਹਨ। ਪੰਜਾਬੀ ਉੱਚੀ ਹੋਣੀ ਚਾਹੀਦੀ ਹੈ। ਬਹੁਤ ਰਿਸਰਚ ਦੱਸਦਾ ਕਿ ਯੂਨੈਸਕੋ ਦਾ ਰਿਸਰਚ 1953 ਦਾ ਉਹਨਾਂ ਨੇ ਬਹੁਤ ਵੱਡਾ ਪੇਪਰ ਲਿਖਿਆ। ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਮੁੱਢਲੀ ਐਜੂਕੇਸ਼ਨ ਹੈ, ਮੁੱਢਲੀ ਸਿੱਖਿਆ ਹੈ ਬੱਚਿਆਂ ਦੀ, ਉਹ ਆਪਣੀ ਮਾਂ ਬੋਲੀ ਵਿੱਚ ਹੋਣੀ ਲਾਜ਼ਮੀ ਹੈ। ਕਿਉਂਕਿ ਬੱਚੇ ਦੇ ਘਰ ਦਾ ਮਾਹੌਲ ਆਪਣੀ ਮਾਂ ਬੋਲੀ ਵਿੱਚ ਸਿਰਜਿਆ ਹੁੰਦਾ ਹੈ। ਉਹ ਜਦ ਸਕੂਲ ਜਾਂਦਾ ਹੈ ਤੇ ਉਹ ਐਜ਼ ਐਨ ਐਮਪਾਵਰਡ ਬੀਇੰਗ ਜਾਂਦਾ ਹੈ ਸਕੂਲ, ਕਿਉਂਕਿ ਉਹਨੂੰ ਕੁਝ ਆਉਂਦਾ ਹੈ। ਇੱਕ ਪਤਾ ਨਹੀਂ ਤੁਸੀਂ ਦੇਖੀ ਕਿ ਨਹੀਂ, ਲਹਿੰਦੇ ਪੰਜਾਬ ਤੋਂ ਇੱਕ ਵੀਡੀਓ ਆਈ ਸੀਗੀ ਜਿਹਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਹੈ, ਉਹ ਸਕੂਲ ਵਿੱਚ ਉਹਦੀ ਆਲਮਾ ਉਹਨੂੰ ਪੁੱਛਦੀ ਹੈ ਕਿ ਇਹ ਕੀ ਹੈ, ਤੇ ਉਹ ਵਾਟ ਇਜ਼ ਦਿਸ, ਤੇ ਇੱਕ ਕੀੜੀ ਦਾ ਚਿੱਤਰ ਹੈ ਤੇ ਉਹ ਕਹਿੰਦਾ ਕੀੜੀ, ਤੇ ਉਹ ਕਹਿੰਦੀ ਇਹ ਕੀੜੀ ਹੈ। ਉਹ ਕਹਿੰਦਾ ਹੈ ਕੀੜੀ ਤੇ ਹੈ। ਕਹਿੰਦੇ ਕਿੰਨੇ ਕਿਹਾ ਕੀੜੀ ਹੈ? ਮਾਂ ਨੇ ਕਿਹਾ ਇਹ ਕੀੜੀ ਹੈ। ਤੇ ਕਹਿੰਦੇ ਕਿ ਇਹ ਕੀੜੀ ਨਹੀਂ ਹੈ, ਇਹ ਕੀੜੀ ਨਹੀਂ ਹੈ। ਉਹ ਕਹਿੰਦੀ ਉਹ ਉਰਦੂ ਵਿੱਚ ਪੰਜਾਬੀ ਬੱਚੇ ਨੂੰ ਅੰਗਰੇਜ਼ੀ ਸਿਖਾ ਰਹੀ ਹੈ। ਉਹ ਬੱਚਾ ਟੋਟਲੀ ਕਨਫਿਊਜ਼ਡ ਹੈ, ਉਹ ਅੜਿਆ ਹੋਇਆ ਕਿਉਂਕਿ ਉਹਦੀ ਮਾਂ ਨੇ ਤਾਂ ਇਹ ਦੱਸਿਆ ਕਿ ਮਾਂ ਬੋਲੀ 'ਚ ਕਿ ਕੀੜੀ ਹੈ। ਉਹ ਰੋਣ ਲੱਗਦਾ ਹੈ, ਉਹ ਉਹਨੂੰ ਉਰਦੂ 'ਚ ਡਾਂਟੀ ਜਾਂਦੀ ਹੈ ਕੀੜੀ ਨਹੀਂ ਹੈ। ਕਹਿੰਦੀ ਤੂੰ ਭਾਈ ਮਹਿਤਾਬ ਤੋਂ ਪੁੱਛ ਲੈ ਕੀੜੀ ਹੈ। ਤੇ ਮੇਰੀ ਮਾਂ ਕਹਿੰਦੀ ਕੀੜੀ ਹੈ, ਭਾਈ ਮਹਿਤਾਬ ਕਹਿੰਦਾ ਕੀੜੀ ਹੈ, ਤੇ ਤੂੰ ਕਿੱਦਾਂ ਕਹਿ ਰਹੀ ਕੀੜੀ ਨਹੀਂ? ਕਹਿੰਦੀ ਇਹ ਕੀੜੀ ਨਹੀਂ ਹੈ। ਤੇ ਉਹ ਰੋਈ ਜਾਂਦਾ ਉੱਥੇ, ਔਰ ਉਹਨੂੰ ਡਾਂਟ ਕੇ ਕਹਿੰਦੀ ਹੈ ਮਤਲਬ ਕਿ ਐਂਟ ਹੈ। ਤੇ ਹੁਣ ਜਿਹੜਾ ਬੱਚਾ ਹੈ ਉਹਦਾ ਕੋਈ ਕੌਨਫੀਡੈਂਸ ਨਹੀਂ ਹੈ ਨਾ ਸਕੂਲ ਵਿੱਚ, ਕਿ ਉਹਨੂੰ ਜੋ ਵੀ ਸਿਖਾਇਆ ਗਿਆ ਘਰ ਵਿੱਚ ਉਹ ਤੁਸੀਂ ਝੁਟਲਾ ਰਹੇ ਹੋ। ਸੋ ਰਿਸਰਚ ਇਹ ਦੱਸਦਾ ਹੈ ਕਿ ਜਦ ਬੱਚੇ ਦੀ ਮੁੱਢਲੀ ਸਿੱਖਿਆ ਜੇ ਉਹਦੀ ਮਾਂ ਬੋਲੀ ਵਿੱਚ ਹੋਵੇ ਤੇ ਉਹਦੇ ਵਾਸਤੇ ਦੂਜੀਆਂ ਬੋਲੀਆਂ ਸਿੱਖਣੀਆਂ ਸੌਖੀਆਂ ਹੋ ਜਾਂਦੀਆਂ ਨੇ। ਉਹਦਾ ਜਿਹੜਾ ਸੈਂਟੈਂਸ ਸਟਰਕਚਰ ਬਣਾਉਣਾ ਆ ਜਾਂਦਾ ਹੈ, ਉਹਨੂੰ ਜਿਹਨੂੰ ਕਹਿੰਦੇ ਆਪਾਂ ਰੀਡ ਬਿਟਵੀਨ ਲਾਈਨਸ, ਉਹ ਕਰਨਾ ਆ ਜਾਂਦਾ ਹੈ। ਉਹਦੀ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ, ਜਿਹਨੂੰ ਕਹਿੰਦੇ ਆਪਾਂ ਆਲੋਚਨਾਤਮਕ ਸੋਚ ਹੈ, ਉਹ ਵੱਧ ਜਾਂਦੀ ਹੈ। ਸੋ ਬੱਚੇ ਦੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਉਹਨੂੰ ਪੰਜਾਬੀ ਵਿੱਚ ਗੂੜੀ ਹੋਵੇ ਤਾਂ ਜਾ ਕੇ ਉਹਨੂੰ ਦੂਜੀਆਂ ਬੋਲੀਆਂ ਇੰਟਰੋਡਿਊਸ ਕੀਤੀਆਂ ਜਾਣ। ਇੱਕ ਤੁਸੀਂ ਤੋਮੀਓ ਮਿਜ਼ੋਕਾਮੀ ਪ੍ਰੋਫੈਸਰ ਦਾ ਨਾਂ ਸੁਣਿਆ? ਇੱਕ ਜਾਪਨੀਜ਼ ਪ੍ਰੋਫੈਸਰ ਹਨ। ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਬਹੁਤ ਸਾਰੀ ਲੈਂਗੁਏਜਸ ਸਟੱਡੀ ਕੀਤੀਆਂ, ਬੰਗਲਾ, ਕਸ਼ਮੀਰੀ, ਹਿੰਦੀ, ਉਰਦੂ, ਤੇ ਉਹਨਾਂ ਦੀ ਮਨਪਸੰਦ ਜ਼ੁਬਾਨ ਪੰਜਾਬੀ। ਉਹਨਾਂ ਨੇ ਜਲੰਧਰ ਰਹਿ ਕੇ ਆਪਣਾ ਤੇ ਉੱਥੇ ਫੈਸਲਾਬਾਦ ਰਹਿ ਕੇ ਪੰਜਾਬੀ ਸਟੱਡੀ ਕੀਤੀ ਹੈ। ਤੇ ਪੰਜਾਬੀ ਦੇ ਕਈ ਕਾਇਦੇ ਔਰ ਕਿਤਾਬਾਂ ਲਿਖੀਆਂ ਜਾਪਾਨੀ ਬੋਲੀ ਵਿੱਚ, ਤਾਂ ਕਿ ਜੈਪਨੀਜ਼ ਜੋ ਸਾਊਥ ਏਸ਼ੀਅਨ ਸਟੱਡੀਜ਼ ਕਰਦੇ ਨੇ ਉਹਨਾਂ ਨੂੰ ਪੰਜਾਬੀ ਬੋਲੀ ਆ ਸਕੇ। ਸੋ ਤੋਮੀਓ ਮਿਜ਼ੋਕਾਮੀ ਕਹਿੰਦੇ ਨੇ, ਕਾਮੀ ਜਿਹੜੇ ਕਿ ਓਸਾਕਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨੇ ਸਾਊਥ ਏਸ਼ੀਅਨ ਸਟੱਡੀਜ਼ ਦੇ, ਉਹ ਕਹਿੰਦੇ ਕਿ ਉਹਨਾਂ ਨੇ ਬਹੁਤ ਤਰਜਮੇ ਕੀਤੇ ਸਾਊਥ ਏਸ਼ੀਅਨ ਲਿਟਰੇਚਰ ਦੇ। ਉਹਨਾਂ ਦਾ ਫੇਵਰਿਟ ਕੰਮ, ਉਹਨਾਂ ਦਾ ਮਨਪਸੰਦ ਕੰਮ ਹੈ ਜਪਜੀ ਸਾਹਿਬ ਦਾ ਟ੍ਰਾਂਸਲੇਸ਼ਨ ਜਾਪਾਨੀ ਵਿੱਚ, ਤੇ ਹੁਣ ਸੁਖਮਨੀ ਸਾਹਿਬ ਦਾ ਅਨੁਵਾਦ ਕਰ ਰਹੇ ਨੇ। ਤੇ ਉਹ ਪੰਜਾਬੀ ਬੋਲੀ ਨੂੰ ਇੰਨਾ ਪਿਆਰ ਕਰਦੇ ਔਰ ਕਹਿੰਦੇ ਇੰਨੀ ਅਮੀਰ ਜ਼ੁਬਾਨ ਹੈ, ਪਰ ਪੰਜਾਬੀ ਜਿਹੜੇ ਨੇ ਉਹ ਆਪਣੀ ਬੋਲੀ ਤੋਂ ਜਿਹੜੇ ਹੈ ਉਹਨਾਂ ਨੂੰ ਪਿੱਠ ਦਿਖਾ, ਆਪਣੀ ਬੋਲੀ ਤੋਂ ਪਿੱਠ ਮੋੜ ਗਏ ਨੇ, ਆਪਣਾ ਮੂੰਹ ਮੋੜ ਗਏ ਨੇ ਪਿੱਠ ਦਿਖਾ ਕੇ। ਅੱਜ ਪੰਜਾਬੀ ਬੋਲੀ ਇਸ ਕਰਕੇ ਗਰੀਬਾਂ ਦੀ ਬੋਲੀ ਬਣ ਕੇ ਰਹਿ ਗਈ ਹੈ। ਤੇ ਉਹ ਕਹਿੰਦੇ ਨੇ ਕਿ ਜਿਹੜਾ ਜਾਪਾਨ ਹੈ, ਤੁਸੀਂ ਦੇਖੋਗੇ ਕਲਾ, ਸਾਹਿਤ, ਸਾਇੰਸ, ਸਾਰੀਆਂ ਚੀਜ਼ਾਂ ਵਿੱਚ ਕਿੰਨੀ ਤਰੱਕੀ ਕੀਤੀ ਹੈ ਜਾਪਾਨ ਵਿੱਚ। ਕਿ ਉੱਥੇ ਮੁੱਢਲੀ ਬੋਲੀ ਕੀ ਅੰਗਰੇਜ਼ੀ ਵਿੱਚ ਮੁੱਢਲੀ ਸਿੱਖਿਆ ਸਿਖਾਈ ਜਾਂਦੀ ਹੈ? ਨਹੀਂ, ਉੱਥੇ ਜਾਪਾਨੀ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਅੰਗਰੇਜ਼ੀ ਸਿਰਫ ਇੱਕ ਬੋਲੀ ਹੈ ਉਹਨਾਂ ਦੇ ਵਾਸਤੇ। ਤੁਹਾਨੂੰ ਪਤਾ ਹੈ ਦੁਨੀਆ ਵਿੱਚ ਅੰਗਰੇਜ਼ੀ ਬੋਲਣ ਵਾਲੇ ਸਿਰਫ 20% ਲੋਕ ਨੇ, ਪਰ ਅੰਗਰੇਜ਼ੀ ਦੀ ਐਜੂਕੇਸ਼ਨ 80% ਲੋਕਾਂ ਨੂੰ ਦਿੱਤੀ ਜਾਂਦੀ ਹੈ। ਸੋ ਇਹ ਸਾਡੀ ਜਿਹੜੀ ਗੁਲਾਮੀ ਹੈ ਨਾ, ਉਹ ਹਾਲੇ ਤੱਕ ਕੰਮ ਕਰ ਰਹੀ ਹੈ। ਸੋ ਅੰਗਰੇਜ਼ੀ ਨੂੰ ਸਿਰਫ ਇੱਕ ਲੈਂਗੁਏਜ ਵਜੋਂ ਸਿੱਖੋ, ਕਿ ਉਹ ਜੀਵਨ ਜਾਂਚ ਨਹੀਂ। ਅੰਗਰੇਜ਼ੀ ਜੀਵਨ ਜਾਂਚ ਤੇ ਸਾਡੀ ਬੋਲੀ ਵਿੱਚ, ਸਾਡੀ ਲੋਕ ਸਿਆਣਪ ਵਿੱਚ ਲੁਕੀ ਹੋਈ ਹੈ। ਅਸੀਂ ਸਾਰਾ ਜ਼ੋਰ ਇਸ ਗੱਲ ਤੇ ਲਾਉਂਦੇ ਹਾਂ ਕਿ ਬੱਚੇ ਨੂੰ ਅੰਗਰੇਜ਼ੀ ਬੋਲਣੀ ਆ ਜਾਏ, ਔਰ ਦੂਜਾ ਜ਼ੋਰ ਆਪਾਂ ਲਾਉਂਦੇ ਕਿ ਉਹਨੂੰ ਕੋਈ ਆਰਥਿਕ ਤਰੀਕੇ ਵਿੱਚ ਉਹ ਕਾਮਯਾਬ ਹੋਵੇ, ਆਰਥਿਕ ਪੱਖੋਂ ਕਾਮਯਾਬ ਹੋਵੇ। ਪਰ ਆਪਾਂ ਕੋਈ ਜੀਵਨ ਜਾਂਚ, ਕੋਈ ਆਪਣੇ ਜਿਹੜੀ ਸਿਆਣਪ ਹੈ ਸਾਡੇ ਪੁਰਖਿਆਂ ਦੀ, ਸਾਡੀ ਬੋਲੀ ਦੀ ਜਿਹੜੀ ਅਮੀਰੀ ਹੈ, ਉਹ ਸਾਰਾ ਕੁਝ, ਸਾਡੇ ਵਿਰਸੇ ਦੀ ਅਮੀਰੀ, ਉਹ ਸਾਰਾ ਕੁਝ ਆਪਣੇ ਬੱਚਿਆਂ ਨੂੰ ਆਪਾਂ ਬਿਲਕੁਲ ਪਿੱਛੇ ਰਹਿ ਜਾਂਦੇ ਹਾਂ, ਕਿਉਂਕਿ ਉਹਨੂੰ ਤਵੱਜੋ ਨਹੀਂ ਦਿੰਦੇ। ਸੋ ਜੋ ਮਿਜ਼ੋਕਾਮੀ ਕਹਿੰਦਾ ਹੈ, ਉਹ ਪੰਜਾਬ ਵਿੱਚ ਆ ਕੇ ਉਹ ਦੇਖਦਾ ਹੈ ਔਰ ਉਹ ਕਾਫੀ ਦੁਖੀ ਹੁੰਦਾ ਹੈ ਕਿ ਆਪਾਂ ਕਿਉਂ ਮੁੱਢਲੀ ਸਿੱਖਿਆ ਉਸ ਬੋਲੀ ਵਿੱਚ ਦਿੰਦੇ ਆ ਜਿਹਦੀ ਸਮਝ ਹੀ ਨਹੀਂ ਬੱਚੇ ਨੂੰ। ਘਰ ਵਿੱਚ ਜਾ ਕੇ ਤੁਸੀਂ ਦੇਖਿਆ ਹੋਗਾ ਛੋਟੇ ਛੋਟੇ ਬੱਚੇ ਦੇ ਟਿਊਸ਼ਨਾਂ ਲੱਗੀਆਂ ਹੋਈਆਂ,
5 ਸਾਲ ਦਾ ਹੁੰਦਾ ਨਹੀਂ ਬੱਚਾ ਟਿਊਸ਼ਨ ਪੜ੍ਹਨ ਜਾਂਦਾ। ਕਿਉਂ? ਕਿਉਂਕਿ ਮਾਪੇ ਉਹਨੂੰ ਅੰਗਰੇਜ਼ੀ ਵਿੱਚ ਹੈਲਪ ਨਹੀਂ ਕਰ ਸਕਦੇ ਹੋਮਵਰਕ ਵਿੱਚ, ਉਹ ਪੰਜਾਬੀ ਵਿੱਚ ਤੇ ਮਦਦ ਕਰ ਸਕਦੇ ਨੇ, ਅੰਗਰੇਜ਼ੀ ਵਿੱਚ ਨਹੀਂ। ਸੋ ਤੁਸੀਂ ਮੈਂ ਦੇਖਿਆ ਜਦ ਸਰਕਾਰੀ ਸਕੂਲਾਂ ਵਿੱਚ ਮੈਂ ਬੱਚਿਆਂ ਦੇ ਨਾਲ ਵਿਚਰਦੀ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਦੀ ਹਾਂ, ਉਹ ਆਪਣੀ ਗੱਲ ਸਮਝਾ ਸਕਦੇ ਨੇ। ਜਦ ਮੈਂ ਪ੍ਰਾਈਵੇਟ ਸਕੂਲ ਦੇ ਬੱਚਿਆਂ ਦੇ ਨਾਲ ਗੱਲ ਕਰਦੀ ਹਾਂ, ਉਹ ਵਿਚਾਰੇ ਕਨਫਿਊਜ਼ ਹੋ ਕੇ ਰਹਿ ਜਾਂਦੇ ਨੇ, ਨਾ ਉਹ ਅੰਗਰੇਜ਼ੀ ਵਿੱਚ ਨਾ ਉਹ ਪੰਜਾਬੀ ਵਿੱਚ ਆਪਣੀ ਗੱਲ ਹੀ ਨਹੀਂ ਸਮਝਾ ਸਕਦੇ। ਸੋ ਆਪਾਂ ਆਪਣੀ ਮੈਡਮ ਇਹ ਤੇ ਇਸ ਤਰ੍ਹਾਂ ਸੀਗਾ ਲਗਭਗ ਜਿਹੜੇ ਸਾਡੇ ਵਿਦਿਆਰਥੀ ਨੇ ਇਹ ਕਨਵਿੰਸ ਕੀ ਆ ਆਪਾਂ ਨੂੰ ਥੋੜਾ ਜਿਹਾ ਇਹ ਕਿ ਜਿਹੜਾ ਤੁਹਾਡਾ ਪਾਕਿਸਤਾਨ ਦਾ ਐਕਸਪੀਰੀਅੰਸ ਆ ਤੇ ਹੁਣ ਤੁਸੀਂ ਕੀ ਚਾਹੁੰਦੇ ਆ ਕਿ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਤੁਹਾਡੀ ਕਿਸ ਕਿਸਮ ਦੀ ਸਹਾਇਤਾ ਕਰ ਸਕਦੇ ਆ, ਜਾਂ ਬਾਕੀ ਤੁਹਾਡਾ ਜਿਹੜਾ ਫਿਊਚਰ ਪ੍ਰੋਜੈਕਟ ਆ ਉਹਦੇ ਵਿੱਚ ਕਿਵੇਂ ਇਨਵੋਲਵ ਹੋ ਸਕਦੇ ਆ, ਉਹਦੇ ਬਾਰੇ ਨਾ ਕਿ ਥੋੜਾ ਜਿਹਾ ਕਿਉਂਕਿ ਇੰਟਰੈਕਸ਼ਨ ਹੋ ਜਾਂਦੀ। ਠੀਕ ਹੈ ਜੀ, ਠੀਕ। ਸੋ ਮੇਰੇ ਸਫ਼ਰ ਤੇ ਵਾਪਸ ਆਉਂਦੇ ਆ ਆਪਾਂ, ਫਿਰ ਮੈਂ ਜਿਹੜਾ ਸਾਂਝਾ ਪੰਜਾਬ ਛਪਵਾਇਆ ਉਹ ਇੱਥੇ ਦਿੱਲੀ ਵਿੱਚ ਛਪਾਇਆ, ਔਰ ਉਹ ਇੱਥੇ ਤੁਹਾਡਾ ਅਵੇਲੇਬਲ ਹੈ। ਇਹ ਕਿਤਾਬਾਂ ਇੱਥੇ ਨਹੀਂ ਨੇ, ਪਰ ਇਹ ਜਿਹੜੀਆਂ ਕਿਤਾਬਾਂ ਨੇ ਅਸੀਂ ਇੱਕ ਗੈਰ ਮੁਨਾਫੇਦਾਰ ਸੰਸਥਾ people.org ਬਣਾਈ, ਜਿਹਦੇ ਰਾਹੀਂ ਅਸੀਂ ਇਹ ਕਿਤਾਬਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ, ਜਿੱਥੇ ਕਈ ਸਕੂਲਾਂ ਵਿੱਚ ਲਾਇਬ੍ਰੇਰੀਜ਼ ਨਹੀਂ ਨੇ ਔਰ ਬੱਚਿਆਂ ਦੇ ਹੱਥਾਂ ਵਿੱਚ ਸੁਣੀਆਂ ਕਿਤਾਬਾਂ ਨਹੀਂ ਨੇ, ਤੇ ਦੂਜਾ ਇੱਕ ਕਿਤਾਬ ਦੇ ਰਾਹੀਂ ਸਾਂਝੇ ਪੰਜਾਬ ਦਾ ਸੁਪਨਾ ਪਰੋਇਆ ਬੱਚਿਆਂ ਦੇ, ਕਿ ਸਾਡਾ ਜੇ ਉਹ ਬੱਚਿਆਂ ਨੂੰ ਪੁੱਛੀਏ ਕਿ ਪੰਜਾਬ ਕੀ ਹੈ ਤੇ ਉਹ ਸੋਚਣਗੇ ਕਿ ਸਰਹੱਦ ਦੇ ਇਸ ਪਾਰ ਹੀ ਪੰਜਾਬ ਹੈ, ਉੱਥੇ ਪਾਕਿਸਤਾਨ ਹੈ। ਉਹਨਾਂ ਨੂੰ ਨਹੀਂ ਪਤਾ ਕਿ 60% ਪੰਜਾਬ ਉਸ ਪਾਸੇ ਸਰਹੱਦ ਹੈ। ਸੋ ਬੱਚਿਆਂ ਨੂੰ ਇੱਕ ਸਾਂਝੇ ਪੰਜਾਬ ਦਾ ਜਿਹੜਾ ਸਾਡਾ ਪਿਛੋਕੜ ਸੀ, ਸਾਡੇ 5 ਦਰਿਆ ਕਿਹੜੇ ਸੀਗੇ, ਸਾਡੇ ਪੰਜਾਬੀ ਬੋਲੀ ਕਿੰਨੀ ਅਮੀਰ ਹੈ, ਉਹਦੀ ਕਿੰਨੀਆਂ ਲਿਪੀਆਂ ਨੇ, ਉਹ ਸਾਰੀ ਜਾਣਕਾਰੀ ਇਸ ਕਿਤਾਬ ਵਿੱਚ ਉਹਨਾਂ ਨੂੰ ਦਿੱਤੀ ਹੈ। ਤੇ ਨਾਲ ਹੀ ਕਾਇਦਾ ਹੈ ਜਿਹਦੇ ਵਿੱਚ ਗੁਰਮੁਖੀ ਤੋਂ ਸ਼ਾਹਮੁਖੀ ਤੇ ਸ਼ਾਹਮੁਖੀ ਤੋਂ ਗੁਰਮੁਖੀ ਉਹ ਥੋੜੀ ਬਹੁਤ ਸਿੱਖ ਸਕਦੇ ਨੇ, ਉਹਨਾਂ ਨੂੰ ਅੱਖਰਾਂ ਦੀ ਪਛਾਣ ਹੋਵੇ। ਸੋ ਇਹ ਕਿਤਾਬਾਂ ਅਸੀਂ ਸਰਕਾਰੀ ਸਕੂਲਾਂ ਤੱਕ ਪਹੁੰਚਾ ਰਹੇ ਹਾਂ ਤੇ ਤੁਸੀਂ ਸਾਡੀ ਮਦਦ ਕਰ ਸਕਦੇ ਹੋ। ਇਹ ਕਿਤਾਬਾਂ ਲੈ ਕੇ ਆਪਣੇ ਤੁਹਾਡੇ ਜਿਹੜੇ ਸਰਕਲਸ ਵਿੱਚ ਟੀਚਰਸ ਨੇ ਉਹਨਾਂ ਨੂੰ ਉਹਨਾਂ ਦੇ ਬਾਰੇ ਦੱਸੋ। ਤੇ ਇੱਥੇ ਸ਼ਾਹ ਕਿਤਾਬ ਘਰ ਹੈ ਯੂਨੀਵਰਸਿਟੀ ਦੇ ਸਾਹਮਣੇ, ਤੁਸੀਂ ਵਾਕਫ ਹੋਵੋਗੇ। ਉੱਥੇ ਸਾਡੀਆਂ ਸਾਰੀਆਂ ਇਹ ਵਾਲੀ ਕਿਤਾਬ ਤੇ ਮੈਂ ਦੂਜੀ ਕਿਤਾਬ ਦੇ ਬਾਰੇ ਗੱਲ ਕਰਦੀ ਹਾਂ, ਉਹ ਉੱਥੇ ਅਵੇਲੇਬਲ ਨੇ। ਤੇ ਤੁਸੀਂ ਇਹਨਾਂ ਨੂੰ ਪਹਿਲਾਂ ਤਾਂ ਦੇਖ ਕੇ ਪੜ੍ਹ ਕੇ ਤੇ ਤੁਸੀਂ ਆਪਣੇ ਆਪ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ ਬੱਚਿਆਂ ਨੂੰ ਇਹਨਾਂ ਦੇ ਨਾਲ ਜੋੜਨ ਲਈ। ਤੇ ਦੂਜੀ ਮੈਂ ਮਰਜੀਬੜਾ ਕਿਤਾਬ ਵਲਾਨੀ ਆ। ਤੁਸੀਂ ਇਹ ਵਾਲੀਆਂ ਜਿਹੜੀਆਂ ਕਿਤਾਬਾਂ ਨੇ ਹੁਣੇ ਪੰਜਾਬ ਵਿੱਚ ਨਹੀਂ ਛਪੀਆਂ, ਅਸੀਂ ਛਪਾਉਣ ਦੀ ਸੋਚ ਰਹੇ ਹਾਂ। ਹੋ ਸਕਦਾ ਅਗਲੇ ਸਾਲ ਤੱਕ ਤੁਹਾਡੇ ਕੋਲ ਆ ਜਾਣ। ਜਿਹੜੀ ਇਹਦੀ ਕੰਟੀਨਿਊਏਸ਼ਨ ਹੈ ਸੀਰੀਜ਼ ਦੀ। ਸਾਡੀ ਸੀਰੀਜ਼ ਦਾ ਨਾਮ ਬਾਈ ਦ ਵੇ ਹੈ ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ, ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ। ਤੇ ਹਾਲੇ ਤੱਕ ਉਹਦੇ ਵਿੱਚ 8 ਕਿਤਾਬਾਂ ਤੇ ਇੱਕ ਸਾਂਝਾ ਪੰਜਾਬ ਛਾਪ ਆ ਚੁੱਕੀ ਹੈ। ਤੇ ਦੂਜਾ ਮੈਂ 2 ਸਾਲ ਪਹਿਲਾਂ ਇਹ ਕਿਤਾਬ ਲਾਂਚ ਕੀਤੀ ਸੀ, ਪਤਾ ਨਹੀਂ ਤੁਸੀਂ ਕਿਸੇ ਨੇ ਦੇਖੀ ਪੜ੍ਹੀ ਹੈ? ਅੱਛਾ। ਸੋ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨ ਗਾਥਾ। ਤੇ ਜੇ ਆਪਾਂ ਇੰਟਰੈਕਸ਼ਨ ਵਿੱਚ ਹੀ ਆਉਂਦੇ ਆ ਤਾਂ ਮੈਂ ਪੁੱਛਣਾ ਚਾਹੂੰਗੀ ਕਿ ਜਿਨ੍ਹਾਂ ਨੇ ਵੀ ਪੜ੍ਹੀ ਹੈ ਤੇ ਤੁਸੀਂ ਕੁਝ ਦੱਸੋ ਇਸ ਕਿਤਾਬ ਕਿਵੇਂ ਲੱਗੀ, ਔਰ ਇਹ ਕਿਤਾਬ ਦੂਜੀ ਕਿਤਾਬਾਂ ਤੋਂ ਕਿਵੇਂ ਵੱਖਰੀ ਲੱਗੀ। ਤੇ ਆਪਾਂ ਉਸ ਵੱਲ ਆ ਸਕਦੇ ਹਾਂ ਕਿ ਆਪਾਂ ਬੱਚਿਆਂ ਦੇ ਨਾਲ ਗੱਲ ਕਰ ਸਕੀਏ। ਕੋਈ ਦੱਸਣਾ ਚਾਹੇਗਾ ਜਿਹਨੇ ਵੀ ਕਿਤਾਬ ਪੜ੍ਹੀ ਹੈ? ਔਰ ਇਹ ਵੀ ਦੋਵੇਂ ਲੈਂਗੁਏਜਸ ਵਿੱਚ ਅਵੇਲੇਬਲ ਹੈ, ਦ ਵੈਲੀਐਂਟ ਜਸਵੰਤ ਸਿੰਘ ਖਾਲੜਾ ਔਰ ਮਰਜੀਬੜਾ ਜਸਵੰਤ ਸਿੰਘ ਖਾਲੜਾ। ਮੈਂ ਕਈ ਹੱਥ ਦੇਖੇ ਸੀਗੇ ਜਿਹੜੇ ਖੜੇ ਹੋਏ ਜਦ ਮੈਂ ਪੁੱਛਿਆ ਕਿ ਕਿੰਨੇ ਪੜ੍ਹੀ ਹੈ, ਤੇ ਤੁਸੀਂ ਪੜ੍ਹੀ? ਹਾਂਜੀ ਤੁਸੀਂ ਕੁਝ ਦੱਸੋਗੇ ਕਿਤਾਬ ਬਾਰੇ? ਬੱਚਿਆਂ ਦੇ ਲੈਵਲ ਤੇ ਪਲੱਸ 2 ਤੱਕ ਦੇ ਜਿਹੜੇ ਬੱਚੇ ਉਹਨਾਂ ਦੇ ਲੈਵਲ ਬਾਰੇ ਜੀ ਜਸਵੰਤ ਸਿੰਘ ਖਾਲੜਾ ਦੀ ਕਿਤਾਬ ਹੈ, ਉਹ ਵੀ ਅਸੀਂ ਨਾਲ ਤੇ ਉਹਦਾ ਜਿਹੜਾ ਲੈਵਲ ਹੈ ਉਹ ਜਿਹੜਾ ਇਸ ਕਰਕੇ ਜਿਹੜਾ ਲੈਵਲ ਉਹ ਪਲੱਸ 2 ਤੱਕ। ਜੀ ਬਿਲਕੁਲ ਜੀ। ਤੇ ਹੋਰ ਕੀ ਲੱਗਿਆ ਤੁਹਾਨੂੰ ਇਹ ਕਿਤਾਬ ਪੜ੍ਹਨ ਵਿੱਚ? ਸੌਖੀ ਔਖੀ? ਕਰਕੇ ਪਲੱਸ 2 ਤੱਕ ਵਾਲੇ ਅਸੀਂ ਇਹਦੀ ਜਿਹੜੀ ਲੈਂਗੁਏਜ ਹੈ ਉਹ ਕਾਫੀ ਸੌਖੀ ਲੈਂਗੁਏਜ। ਹਾਂਜੀ, ਆਸਾਨੀ ਨਾਲ ਪੜ੍ਹ ਸਮਝ ਸਕਦੇ। ਵਿਧੀ ਵੀ ਕਹਾਣੀ ਦੀ ਹੈ। ਹਾਂ, ਵਿਧੀ ਕਹਾਣੀ ਦੀ ਹੈ। ਸੋ ਇੱਕ ਕਹਾਣੀ ਦੇ ਰੂਪ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਜੀਵਨ ਬਿਰਤਾਂਤ
ਤੇ ਨਾਲ ਹੀ ਪੰਜਾਬ ਦਾ 20ਵੀਂ ਸਦੀ ਦਾ ਇਤਿਹਾਸ ਇਹਦੇ ਵਿੱਚ ਉਹਨਾਂ ਦਾ ਅੱਖੀ ਡਿੱਠਾ, ਉਹਨਾਂ ਦੇ ਪਰਿਵਾਰ ਦਾ ਦੇਖਿਆ ਹੋਇਆ ਪੂਰਾ ਪਿਰੋਇਆ ਹੋਇਆ ਕਹਾਣੀ ਦੇ ਰੂਪ ਵਿੱਚ, ਤਾਂ ਜੋ ਬੱਚਿਆਂ ਨੂੰ ਇਤਿਹਾਸ ਦਾ ਬੋਝ ਨਾ ਲੱਗੇ, ਪਰ ਉਹ ਆਪਣੇ ਪਿਛੋਕੜ ਤੋਂ ਜਾਣੂ ਹੋ ਸਕਣ। ਤੇ ਇਹਦੇ ਵਿੱਚ ਪੂਰੀ ਇਲਸਟ੍ਰੇਟਡ ਕਿਤਾਬ ਹੈ, ਮੀਨਸ ਇਹਦੇ ਵਿੱਚ ਅਸੀਂ ਕਾਫੀ ਸਾਰੀ ਆਰਟ ਵਰਕ ਬਹੁਤ ਧਿਆਨ ਦਿੱਤਾ ਤਾਂ ਜੋ ਬੱਚਿਆਂ ਨੂੰ ਖਿੱਚ ਸਕੇ, ਤੇ ਨਾਲ ਹੀ ਉਹਨਾਂ ਦੇ ਪਰਿਵਾਰ ਨੂੰ ਇੰਟਰਵਿਊ ਕਰਕੇ ਉਹਨਾਂ ਦੇ ਬਚਪਨ ਦੀਆਂ ਕਹਾਣੀਆਂ ਤੋਂ ਲੈ ਕੇ ਉਹਨਾਂ ਦੀ ਜਿਹੜਾ ਪਿਛੋਕੜ ਸੀਗਾ, ਜੋ ਉਹਨਾਂ ਨੂੰ ਬਚਪਨ ਤੋਂ ਲੈ ਕੇ ਮਰਜੀਵੜੇ ਤੱਕ ਦਾ ਸਫ਼ਰ ਹੈ, ਪੂਰਾ ਬਿਆਨ ਕੀਤਾ ਹੈ। ਤੇ ਨਾਲ ਹੀ ਬਹੁਤ ਸਾਰੀ ਇਨਫੋਰਮੇਸ਼ਨ ਹੈ ਜਿਹਦਾ ਪੰਜਾਬ ਦੀ ਵੰਡ, ਕਿਉਂਕਿ ਉਹਨਾਂ ਤਿੰਨ ਪੀੜ੍ਹੀਆਂ ਸੀਗੀਆਂ, ਉਹਨਾਂ ਨੇ ਪੰਜਾਬ ਨੂੰ ਵੰਡਦਿਆਂ ਦੇਖਿਆ, ਫਿਰ ਵੰਡਦੇ ਦੇਖਿਆ, ਤੇ ਉਹ ਸਾਰੀ ਜਿਹੜੀ ਹੈ ਜਾਣਕਾਰੀ ਚਿੱਤਰਾਂ ਦੇ ਰਾਹੀਂ, ਤੇ ਜਦ ਇੱਕ ਵਾਰੀ ਬੱਚਾ ਇਹ ਦੇਖ ਲੈਂਦਾ ਹੈ ਕਿ ਉਹਨਾਂ ਦੇ ਦਾਦਾ ਜੀ ਨੇ ਹਰਨਾਮ ਸਿੰਘ ਜੀ ਜਿਹੜੇ ਕਿ ਕਾਮਾਗਾਟਾ ਮਾਰੂ ਵਿੱਚ ਸੀਗੀ, ਤੇ ਤਾਂ ਫਿਰ ਸਾਂਝਾ ਪੰਜਾਬ ਸੀਗਾ, ਉਹਨਾਂ ਦੇ ਪਿਤਾ ਜੀ ਬਾਪੂ ਕਰਤਾਰ ਸਿੰਘ, ਤੇ ਤਾਂ ਉਹਨਾਂ ਦੇ ਵੇਲੇ ਪੰਜਾਬ 2 ਵਿੱਚ ਵੰਡਿਆ ਗਿਆ, ਤੇ ਫਿਰ ਜਸਵੰਤ ਸਿੰਘ ਖਾਲੜਾ ਜਦ 12-13 ਵਰ੍ਹੇ ਦੇ ਸੀਗੇ, ਸੋ ਫਿਰ ਪੰਜਾਬ ਫਿਰ ਛਾਂਗਿਆ ਗਿਆ। ਤੇ ਇਸ ਤਰ੍ਹਾਂ ਦੀ ਜਿਹੜੇ ਇਲਸਟ੍ਰੇਸ਼ਨਸ ਹੈ ਉਹਨਾਂ ਨੂੰ ਦੇਖ ਕੇ ਪੰਜਾਬ ਦੀ ਪੂਰੀ ਕਹਾਣੀ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆਉਂਦੀ ਹੈ। ਤੇ ਹੁਣ ਮੈਂ ਪੁੱਛਣਾ ਚਾਹੂੰਗੀ ਕਿ ਤੁਹਾਨੂੰ ਕੋਈ ਸਵਾਲ ਨੇ ਮੇਰੇ ਸਫ਼ਰ ਤੇ ਜਾਂ ਫਿਰ ਕਿਤਾਬਾਂ ਦੇ। ਸੋ ਹੁਣ ਜਿਹੜੀਆਂ ਕਿਤਾਬਾਂ ਅਵੇਲੇਬਲ ਨੇ ਇੱਥੇ ਸ਼ਾਹ ਕਿਤਾਬ ਘਰ ਤੇ ਉਹ ਘਰ ਬੈਠੇ ਮੇਲ ਵੀ ਕਰ ਦਿੰਦੇ ਨੇ, ਤੁਸੀਂ ਇੱਥੇ ਲੋਕਲ ਹੋ, ਤੁਸੀਂ ਲੈ ਸਕਦੇ ਹੋ, ਇਹ ਦੋਵੇਂ ਨੇ। ਤੇ ਦੂਜੇ ਪੇਜ ਬਾਏ ਪੇਜ ਅੰਗਰੇਜ਼ੀ ਵੀ ਹੈ, ਪੰਜਾਬੀ ਵਿੱਚ ਹੈ, ਤੇ ਜਿਹੜਾ ਤੁਸੀਂ ਮਤਲਬ ਈਵਨ ਪੰਜਾਬੀ ਦਾ ਲੈਵਲ ਥੋੜਾ ਜਿਹਾ ਸੌਖਾ ਹੈ, ਅੰਗਰੇਜ਼ੀ ਦਾ ਲੈਵਲ ਵੀ ਉਨਾ ਹੀ ਸੌਖਾ ਰੱਖਿਆ ਹੈ, ਤੇ ਪਰ ਤੁਸੀਂ ਚੰਗੀ ਅੰਗਰੇਜ਼ੀ ਸਿੱਖ ਸਕਦੇ ਆ ਇਹ ਕਿਤਾਬਾਂ ਦੇ ਰਾਹੀਂ। ਤੇ ਇਹ 3 ਕਿਤਾਬਾਂ ਇੱਥੇ ਅਵੇਲੇਬਲ ਨੇ। ਸੋ ਹੁਣ ਮੈਨੂੰ ਲੱਗਿਆ ਕਿ ਇਹ +2 ਤੱਕ ਨਹੀਂ ਹੈ, +2 ਦੇ ਬਾਅਦ ਵਾਲੇ +2 ਦੇ ਬਾਅਦ 12th grade ਹੋ ਗਿਆ। ਅੱਛਾ, ਦੇ ਬਾਅਦ ਤੇ +2 ਦੇ ਬਾਅਦ ਵਾਲੇ ਬੰਦੇ ਦਿਵਸ ਸੀ, ਕਿਉਂਕਿ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਮੈਨੂੰ ਵੀ ਨਹੀਂ ਪੂਰੀ ਸਮਝ ਲੱਗੀ ਉਹ ਪੂਰੀ ਪੋਲਿਟਿਕਸ ਵਗੈਰਾ ਦੀ, ਤੇ ਮਾਈਕ ਦੇ ਨੇੜੇ ਹੋ ਜਾ ਬੇਟਾ। ਤੇ ਉਹ ਮੈਨੂੰ ਲੱਗਿਆ ਕਿ ਉਹ ਹੈ ਨਾ, ਹਾਂ ਕਾਫੀ ਸੌਖੀ ਹੈ, ਪਰ ਉਹ +2 ਦੇ ਬਾਅਦ ਵਾਲੇ ਬੰਦਿਆਂ ਤੇ ਡਾਇਰੈਕਟਡ ਹੈਗੀ ਹੈ, ਕਿਉਂਕਿ ਜਿਹੜੇ ਛੋਟੇ ਹੈਗੇ ਉਹ ਸਮਝਣਗੇ ਨਹੀਂ ਜ਼ਿਆਦਾ। +2 ਔਰ ਤੁਹਾਡੇ ਲੈਵਲ ਵਿੱਚ ਬਹੁਤ ਫਰਕ ਹੈ, ਤੁਸੀਂ ਹਲੇ 7ਵੀਂ ਵਿੱਚ ਹੋ ਤੇ 5 ਸਾਲ ਵਿੱਚ ਤੁਸੀਂ ਬਹੁਤ ਕੁਝ ਸਿੱਖ ਜਾਓਗੇ। ਸੋ ਅਸੀਂ ਨਾ ਕਿਸਾਨੀ ਮੋਰਚੇ ਤੇ 1000 ਕਾਪੀਆਂ ਵੰਡੀਆਂ ਆਇਆ ਵਾਲੀਆਂ, ਤੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਹੈ ਕਿਤਾਬ ਪਤਾ ਹੈ ਕਿੰਨੇ? ਬੀਬੀਆਂ ਨੇ, ਬਜ਼ੁਰਗ ਬੀਬੀਆਂ ਨੇ। ਤੇ ਸੋ ਲਿਵਕੌਰ ਠੀਕ ਹੀ ਕਹਿ ਰਹੇ ਨੇ ਕਿ ਉਹਨਾਂ ਦੇ ਬਾਅਦ ਵਾਸਤੇ ਵੀ ਹਨ, ਕਿਉਂਕਿ ਵੱਡਿਆਂ ਨੇ ਵੀ, ਕਿਉਂਕਿ ਹੁਣ ਤੁਸੀਂ ਰਿਸਰਚ ਲੈਵਲ ਤੇ ਤੁਸੀਂ ਬਹੁਤ ਘੱਟ, ਅਜਮੇਰ ਸਿੰਘ ਦੀ ਕਿਤਾਬ ਬਹੁਤ ਘੱਟ ਪੜ੍ਹਨਗੇ। ਸੋ ਇੱਕ ਤੇ ਮੈਂ ਆਪਣੇ ਆਪ 84 ਦੀ ਸਰਵਾਈਵਰ ਹਾਂ। ਮੈਂ ਜਦ ਛੋਟੀ ਹੁੰਦੀ ਸੀ ਤੇ ਇੰਦੌਰ ਹੁੰਦੇ ਸੀਗੇ ਅਸੀਂ, ਤੇ 84 ਸਾਡੇ ਵਾਪਰਿਆ। ਕਾਨਪੁਰ ਮੇਰੇ 3 ਚਾਚਾ ਜੀ ਦੇ, ਮੇਰੇ ਪਿਤਾ ਜੀ ਦੇ ਚਾਚਾ ਜੀ ਦੇ ਬੱਚੇ ਸੀਗੇ, ਉਹ 3 ਜਿਉਂਦੇ ਸਾੜੇ ਗਏ ਉਹਨਾਂ ਦੇ ਮਾਂ ਦੇ ਸਾਹਮਣੇ, ਜਵਾਨ ਪੁੱਤ। ਸੋ ਅਸੀਂ ਬੇਘਰ ਹੋ ਗਏ, ਤੇ ਅਸੀਂ 84 ਆਪਣੇ ਪਿੰਡੇ ਤੇ ਹੰਡਾਇਆ। ਫਿਰ ਪੰਜਾਬ ਦਾ ਵੀ ਪਤਾ ਚੱਲਦਾ ਰਹਿੰਦਾ ਸੀਗਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। 84 ਦੇ ਕਾਰਨ ਹੀ ਅਸੀਂ ਮਤਲਬ ਦੇਸ਼ ਛੱਡ ਕੇ ਗਏ, ਕਿਉਂਕਿ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਕਿਹਾ ਕਿ ਇਹਦਾ ਅਹਿਸਾਸ ਹੋਇਆ ਕਿ ਹਿੰਦੁਸਤਾਨ ਸਾਡਾ ਮੁਲਕ ਨਹੀਂ ਹੈ, ਕਿਉਂਕਿ ਨਾ ਸਾਨੂੰ ਉੱਥੇ ਢੋ ਮਿਲੀ, ਨਾ ਇੱਥੇ ਪੰਜਾਬ ਵਾਪਸ ਆ ਕੇ ਸੈਟਲ ਹੋਣ ਦੀ, ਮੁੜ ਵਸੀਬਾ ਕਰਨ ਦੀ ਕੋਸ਼ਿਸ਼ ਕੀਤੀ। ਇੱਥੇ ਵੀ ਬਹੁਤ ਬੁਰੇ ਹਾਲਾਤ ਸਨ ਉਸ ਵੇਲੇ। ਸੋ ਮੈਨੂੰ ਲੱਗਿਆ ਕਿ ਬਸ ਮੇਰੇ ਵਾਸਤੇ ਬਸ ਪੜ੍ਹ ਕੇ ਬਾਹਰ ਨਿਕਲਣਾ ਇੱਕ ਕੋਈ ਚਾਰਾ ਹੈ ਉਸ ਵੇਲੇ। ਸੋ 84 ਦਾ ਮੈਂ ਬਿਰਤਾਂਤ ਆਪਣੇ ਬੱਚਿਆਂ ਨੂੰ ਜਾਣੂ ਕਰਾਉਣਾ ਚਾਹੁੰਦੀ ਸੀਗੀ। ਬਹੁਤ ਚਿਰ ਤੋਂ ਮੇਰੇ ਦਿਲ ਵਿੱਚ ਸੀਗਾ ਕਿ 84 ਵਾਪਰਿਆ 38 ਸਾਲ ਹੋ ਗਏ, ਸ਼ਹੀਦ ਖਾਲੜਾ ਦੀ ਸ਼ਹੀਦੀ ਨੂੰ 27 ਸਾਲ ਹੋ ਗਏ। ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਅਗਰ ਪੁੱਛੋ, ਯੂਥ ਨੂੰ ਪੁੱਛੋ ਕਿ ਖਾਲੜਾ ਸਾਹਿਬ ਕੌਣ ਹੈ, ਤੇ ਈਵਨ ਪੱਟੀ ਦੇ ਲੋਕਾਂ ਨੂੰ, ਆਪਣਾ ਖਾਲੜਾ ਪਿੰਡ ਦੇ ਲੋਕਾਂ ਨੂੰ ਨਹੀਂ ਪਤਾ ਜਸਵੰਤ ਸਿੰਘ ਖਾਲੜਾ ਕੌਣ।
ਔਰ 84 ਦਾ ਵੀ ਉਹੀ ਕੁਝ ਦੱਸਦੇ ਨੇ ਜਿਹੜਾ ਕਿ ਉਹਨਾਂ ਨੇ ਵਿਕੀਪੀਡੀਆ 'ਚ ਪੜ੍ਹਿਆ ਹੋਇਆ, ਜਿਹੜਾ ਕਿ ਉਹਨਾਂ ਨੇ ਨਿਊਜ਼ ਵਿੱਚ ਪੜ੍ਹਿਆ ਹੋਇਆ। ਕੋਈ ਖਾਲਿਸਤਾਨੀ ਨੈਰੇਟਿਵ ਦੱਸਦਾ ਹੈ ਤੇ ਕੋਈ ਸਟੇਟ ਦਾ ਨੈਰੇਟਿਵ ਦੱਸਦਾ ਹੈ, ਕੋਈ ਪੀਪਲਸ ਨੈਰੇਟਿਵ ਨਹੀਂ ਦੱਸਦਾ। ਸੋ ਮੈਨੂੰ ਲੱਗਿਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਰਾਹੀਂ ਮੈਂ ਉਹ ਕਹਾਣੀ ਵੀ ਦੱਸ ਸਕਦੀ ਹਾਂ। ਦੂਜਾ ਇੱਕ ਵੱਡੀ ਗੱਲ ਹੈ ਕਿ ਜਸਵੰਤ ਸਿੰਘ ਖਾਲੜਾ ਇੱਕ ਇਸ ਤਰ੍ਹਾਂ ਦਾ ਫਿਗਰ ਹੈ ਜੋ ਪੰਜਾਬ ਨੂੰ ਜੋੜਦਾ ਹੈ। ਉਹ ਖੱਬੇ ਪੱਖੀ ਵਿਚਾਰਾਂ ਤੋਂ ਆਉਂਦੇ ਆ, ਫਿਰ ਉਹ ਹਿਊਮਨ ਰਾਈਟਸ ਵਾਸਤੇ ਕੰਮ ਕਰਦੇ ਆ, ਸਿੱਖ ਲਹਿਰ ਨਾਲ ਵੀ ਜੁੜਦੇ ਆ, ਅਕਾਲੀਆਂ ਦੇ ਨਾਲ ਵੀ ਜੁੜਦੇ ਆ, ਔਰ ਅਕਾਲੀਆਂ ਦੇ ਹਿਊਮਨ ਰਾਈਟਸ ਵਿੰਗ ਦੇ ਨਾਲ ਜੁੜਦੇ ਆ। ਸੋ ਉਹਨਾਂ ਦੇ ਵਾਸਤੇ ਜਿਹੜੇ ਹਿਊਮਨ ਮਨੁੱਖੀ ਅਧਿਕਾਰ ਸੀਗੇ ਉਹ ਸਭ ਤੋਂ ਉੱਚੇ ਸੀਗੇ। ਸੋ ਮੈਨੂੰ ਲੱਗਦਾ ਹੈ ਕਿ ਹੁਣ ਤੁਸੀਂ ਪੰਜਾਬ ਵੱਲ ਦੇਖੋ ਤੇ ਜਿਹੜੇ ਪੰਥਕ ਹਨ, ਧੜੇ ਹਨ, ਉਹ ਕਾਮਰੇਡ ਕਰਦੇ ਰਹਿੰਦੇ ਨੇ, ਔਰ ਜਿਹੜੇ ਕਾਮਰੇਡ ਨੇ ਉਹ ਪੰਥਕ ਲੋਕਾਂ ਨੂੰ ਖਾਲਿਸਤਾਨੀ ਕਰਕੇ ਮਤਲਬ ਉਹਨਾਂ ਨੂੰ ਭੰਡਦੇ ਰਹਿੰਦੇ ਨੇ, ਮਤਲਬ ਜਦਕਿ ਦੋਵੇਂ ਪੰਜਾਬ ਨੂੰ ਪਿਆਰ ਕਰਦੇ ਨੇ। ਤੇ ਮੈਨੂੰ ਲੱਗੇ ਕਿ ਇਸ ਤਰ੍ਹਾਂ ਦੇ ਆਦਰਸ਼ ਦੇ ਨਾਇਕ ਨੂੰ ਉਭਾਰਨ ਦੀ ਲੋੜ ਹੈ, ਲਿਆਉਣ ਦੀ ਲੋੜ ਹੈ, ਸਾਡੇ ਰੂਬਰੂ ਕਰਨ ਦੀ ਲੋੜ ਹੈ, ਜਿਨ੍ਹਾਂ ਨੇ ਪੰਜਾਬ ਨੂੰ ਜੋੜਿਆ। ਤੇ ਸਿਰਫ ਪੰਜਾਬ ਨੂੰ ਹੀ ਨਹੀਂ, ਜਦ ਬਾਬਰੀ ਮਸਜਿਦ ਨੂੰ ਢਾਇਆ ਜਾਂਦਾ ਹੈ ਤੇ ਉਹ ਹਾਂ ਦਾ ਨਾਰਾ ਮਾਰਦੇ ਨੇ, ਅਕਾਲੀ ਦਲ ਕਿਉਂਕਿ ਉਸ ਟਾਈਮ ਬੀਜੇਪੀ ਦੇ ਨਾਲ ਅਲਾਇੰਸ ਕਰ ਲੈਂਦਾ ਹੈ, ਉਹ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਤੋਂ ਅਸਤੀਫਾ ਦੇ ਦਿੰਦੇ ਨੇ ਇੱਕ ਬਹੁਤ ਸੋਹਣੀ ਚਿੱਠੀ ਲਿਖ ਕੇ। ਉਹ ਚਿੱਠੀ ਵੀ ਬਾਏ ਦ ਵੇ ਉਹਨਾਂ ਦੇ ਹੱਥ ਲਿਖਤਾਂ ਦੀ ਇਸ ਕਿਤਾਬ ਦਾ ਅੰਸ਼ ਹੈ। ਸੋ ਮੈਨੂੰ ਲੱਗਿਆ ਕਿ ਉਸ ਤਰ੍ਹਾਂ ਦਾ ਨਾਇਕ ਬੱਚਿਆਂ ਦੇ ਮਤਲਬ ਨੌਜਵਾਨ ਦੇ ਰੂਬਰੂ ਕਰਨਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਕੋਈ ਨਹੀਂ ਹੋਗਾ ਜੋ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਕੈਰੈਕਟਰ ਤੇ ਸਵਾਲ ਖੜਾ ਕਰ ਸਕੇ, ਭਾਵੇਂ ਉਹ ਖੱਬੇ ਪੱਖੀ ਹੋਵੇ, ਭਾਵੇਂ ਉਹ ਸੱਜੇ ਪੱਖੀ ਹੋਵੇ, ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਉਹ ਮੁਸਲਮਾਨ ਜਾਂ ਸਿੱਖ ਹੋਵੇ। ਸੋ ਇਸ ਕਰਕੇ ਮੈਂ ਉਹਨਾਂ ਦੇ ਉੱਤੇ। ਤੇ ਦੂਜਾ ਇਹ ਗੱਲ ਸੀਗੀ ਕਿ ਉਹਨਾਂ ਦੇ ਪਰਿਵਾਰ ਨੇ ਮੈਨੂੰ ਕਿਹਾ, ਕਿਉਂਕਿ ਮੈਂ ਜਦ ਮੈਂ ਉੱਥੇ ਡਾਇਸਪੋਰਾ ਵਿੱਚ ਸਟੋਰੀ ਟੈਲਿੰਗ ਸੈਸ਼ਨ ਕਰਦੀ ਹੁੰਦੀ ਹਾਂ ਤੇ ਬੱਚੇ ਬਹੁਤ ਜੁੜਦੇ ਆ ਮੇਰੇ ਨਾਲ। ਅਮਰੀਕਾ ਕੈਨੇਡਾ ਵਿੱਚ ਇੱਥੇ ਮੈਨੂੰ ਜ਼ਿਆਦਾ ਨਹੀਂ ਜਾਣਦੇ, ਪਰ ਉੱਥੇ ਅਮਰੀਕਾ ਵਿੱਚ ਸਪੈਸ਼ਲੀ ਹਰ ਕਮਿਊਨਿਟੀ ਦੇ ਬੱਚੇ ਮੇਰੀ ਕਿਤਾਬਾਂ ਲੈ ਕੇ ਪੜ੍ਹਦੇ ਨੇ। ਸੋ ਮੇਰੇ ਕਹਾਣੀ ਦਾ ਢੰਗ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੈਂ ਜਸਵੰਤ ਸਿੰਘ ਖਾਲੜਾ ਨੂੰ ਬੱਚਿਆਂ ਤੱਕ ਪਹੁੰਚਾਉਣ ਵਿੱਚ ਮੇਰੀ ਕਲਮ ਕੁਝ ਇਨਸਾਫ ਕਰੇਗੀ। ਸੋ ਉਹਨਾਂ ਨੇ ਨਾਲ ਰਲ ਕੇ ਮੈਂ ਕਿਤਾਬ ਲਿਖੀ। ਇਹ ਦੱਸੋ ਕਿ ਜਦੋਂ ਤੁਸੀਂ ਲੋਕ ਕਹਾਣੀਆਂ ਦੀ ਚੋਣ ਕਰਦੇ ਹੋ, ਉਹ ਚੋਣ ਦਾ, ਕਿਉਂਕਿ ਬਹੁਤ ਸਾਰੀਆਂ ਕਹਾਣੀਆਂ ਨੇ, ਚੋਣ ਦਾ ਆਧਾਰ ਕੀ ਹੁੰਦਾ? ਫਿਰ ਉਹਦੇ ਵਿੱਚ ਕੀ ਚੇਂਜਸ, ਕੋਈ ਤਬਦੀਲੀਆਂ ਕਰਦੇ? ਜੀ ਬਿਲਕੁਲ। ਸੋ ਜਦ ਲਿਵਕੌਰ ਛੋਟੀ ਸੀ ਤਾਂ ਤੋਂ ਮੇਰੇ ਕੋਲ ਵਣਜਾਰਾ ਬੇਦੀ, ਸੁਖਦੇਵ ਮਾਤਪੁਰੀ, ਬਹੁਤ ਸਾਰੇ ਹੋਰ ਗਿਆਨੀ, ਗੁਰਦਿੱਤ ਸਿੰਘ, ਲੋਕ ਕਹਾਣੀਆਂ ਦਾ ਭੰਡਾਰ ਮੈਂ ਲੈ ਕੇ ਆਈ ਹੋਈ। ਮੈਨੂੰ ਪਹਿਲਾਂ ਤੋਂ ਹੀ ਆਪਣੇ ਬੇਟੇ ਨੂੰ ਵੀ ਸੁਣਾਉਂਦੀਆਂ ਹੁੰਦੀਆਂ ਸੀਗੀਆਂ ਉਹ ਕਹਾਣੀਆਂ, ਤੇ ਮੈਨੂੰ ਲੋਕ ਕਹਾਣੀਆਂ ਦੇ ਨਾਲ ਜ਼ਿਆਦਾ ਉਹਨਾਂ ਵਿੱਚ ਬਹੁਤ ਰਸ ਆਉਂਦਾ ਸੀਗਾ। ਤੇ ਮੈਂ ਇਹਨੂੰ ਜਿਹੜੀਆਂ ਕਹਾਣੀਆਂ ਸੁਣਾਉਣੀਆਂ, ਕਈ ਤੇ ਸਾਡੀਆਂ ਕਹਾਣੀਆਂ ਵਿੱਚ ਵਾਇਲੈਂਸ ਬਹੁਤ ਹੁੰਦੀ ਹੈ, ਹਿੰਸਾ ਬਹੁਤ ਹੈ, ਤੇ ਪਰ ਕਈ ਕਹਾਣੀਆਂ ਜਿਹੜੀਆਂ ਚੰਗੀਆਂ ਹੁੰਦੀਆਂ ਪਰ ਉਹਦੇ 'ਚ ਵਾਇਲੈਂਟ ਐਂਡਿੰਗ ਹੁੰਦੀ ਹੈ, ਜੋ ਇਹਨੂੰ ਅਪੀਲ ਕਰਦੀਆਂ ਸੀਗੀਆਂ। ਔਰ ਮੈਂ ਇਹਦੇ ਨਾਲ ਮੈਂ 25 ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਿਆ। ਆਪਣੇ ਪਰਸਨਲੀ ਕਲਾਸ ਪੜ੍ਹਾਉਂਦੀ ਹੁੰਦੀ ਸੀ ਪੰਜਾਬੀ ਦੀ, ਹਰ ਸ਼ੁੱਕਰਵਾਰ ਨੂੰ ਅਟਲਾਂਟਾ ਰਹਿੰਦੇ ਹੁੰਦੇ ਆ। ਸੋ ਉਹਨਾਂ ਬੱਚਿਆਂ ਨੂੰ ਵੀ ਸੁਣਾ ਕੇ ਜਿਨ੍ਹਾਂ ਕਹਾਣੀਆਂ ਦੇ ਨਾਲ ਬੱਚੇ ਜੁੜਦੇ ਸੀਗੇ, ਜਿਨ੍ਹਾਂ ਕਹਾਣੀਆਂ ਨੂੰ ਸੁਣ ਕੇ ਉਹਨਾਂ ਦੇ ਕਲਪਨਾ ਦੇ ਖੰਭ ਉਡਾਰੀ ਮਾਰਦੇ ਸੀਗੇ, ਔਰ ਉਹ ਪੰਜਾਬ ਨੂੰ ਤਸੱਵਰ ਕਰਦੇ ਸੀਗੇ ਆਪਣੇ, ਉਹ ਕਹਾਣੀਆਂ ਜਿਨ੍ਹਾਂ ਨੂੰ ਇਲਸਟ੍ਰੇਟ ਕਰਕੇ ਦੱਸ ਕੇ ਪੰਜਾਬ ਦੀ ਜਾਣਕਾਰੀ ਵੀ ਮਿਲੇ, ਪੰਜਾਬ ਦੀਆਂ ਹੱਥ ਕਿਰਤਾਂ ਦੀ, ਪੰਜਾਬ ਦੇ ਕਿੱਤਿਆਂ ਦੀਆਂ, ਪੰਜਾਬ ਦੇ ਰੁੱਖ, ਪੰਛੀ, ਜਨੌਰ, ਉਹਨਾਂ ਦੀ ਇਨਫੋਰਮੇਸ਼ਨ ਵੀ ਬੱਚਿਆਂ ਨੂੰ ਮਿਲੇ, ਉੱਥੇ ਦੇ ਬੱਚਿਆਂ ਨੂੰ ਪੰਜਾਬ ਦੇ ਨਾਲ ਜੋੜਿਆ ਜਾ ਸਕੇ, ਪਰ ਚੰਗੀਆਂ ਕਦਰਾਂ ਕੀਮਤਾਂ ਦੇ ਨਾਲ ਵੀ। ਸੋ ਉਹ ਕਹਾਣੀਆਂ ਮੈਂ ਚੁਣੀਆਂ। ਤੇ ਲਿਵਕੌਰ ਕਹਿੰਦੀ ਮੈਂ ਟੈਸਟ ਡਮੀ ਆ, ਮਤਲਬ ਸੁਣਾ ਕੇ ਉਹਨੂੰ ਜਿਹੜੀਆਂ ਕਹਾਣੀਆਂ। ਫਿਰ ਤਬਦੀਲੀਆਂ ਵਿੱਚ ਤੁਹਾਡਾ ਦੂਜਾ ਸਵਾਲ ਸੀਗਾ, ਤਬਦੀਲੀਆਂ ਕੀਤੀਆਂ, ਥੋੜੀ ਜਿਹੀ ਸਲਾਈਟ ਮੋਡੀਫਿਕੇਸ਼ਨਸ, ਕਿਉਂਕਿ ਇਹ ਲੋਕ ਕਹਾਣੀਆਂ ਹਨ, ਉਹ ਕੋਈ ਲਿਖੀਆਂ ਪੱਥਰ ਤੇ ਨਹੀਂ ਲਿਖੀਆਂ ਹੋਈਆਂ। ਤੁਸੀਂ ਮਾਲਵੇ ਵਿੱਚ ਚਲੇ ਜਾਓ ਤੇ ਉਹੀ ਕਹਾਣੀ ਨੂੰ ਕਿਸੇ ਵੱਖਰੇ ਢੰਗ ਨਾਲ ਸੁਣਾਇਆ ਜਾਂਦਾ ਹੈ, ਮਾਝੇ ਵਿੱਚ ਦੂਸਰੇ, ਲਹਿੰਦੇ ਪੰਜਾਬ ਵਿੱਚ ਉਹੀ ਕਹਾਣੀ ਕਿਸੇ ਦੂਸਰੇ ਢੰਗ ਨਾਲ, ਉੱਥੇ ਘੁੱਗੀ ਕਬੂਤਰ ਬਣ ਜਾਂਦੀ ਹੈ। ਸੋ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀ ਵੇਰੀਏਸ਼ਨਸ ਹਨ, ਤੇ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਵੀ ਥੋੜਾ ਜਿਹਾ ਲਾਈਕ ਰਾਈਟਰਸ ਆਈ ਗੈਸ ਲਿਬਰਟੀ ਕਹਿੰਦੇ, ਜਿਹਨੂੰ ਕ੍ਰੀਏਟਿਵ ਲਿਬਰਟੀ ਲੈ ਸਕਦੀ ਹਾਂ, ਜਿਵੇਂ ਕਿ ਸੋ ਤਬਦੀਲੀ ਵਿੱਚ ਸ਼ਬਦ ਫੁੰਕਾਰਾ ਦਿਖਾਓ।
ਜਿਵੇਂ ਕਿ ਇਹ ਕੁੱਕੜ ਦਾ ਵਿਆਹ ਪੋਠਹਾਰ ਦੀ ਕਹਾਣੀ ਹੈ, ਸੁਖਦੇਵ ਸਿੰਘ ਨਹੀਂ ਵਣਜਾਰਾ ਬੇਦੀ ਨੇ ਲਿਖੀ ਆਪਣੀ ਬਾਤਾਂ ਮੁੱਢ ਕਦੀਮ ਦੀਆਂ ਕਿਤਾਬ ਵਿੱਚ, ਸੁਨਹਿਰੀ ਕੁੱਕੜ। ਉਹਨੂੰ ਮੈਂ ਬੱਚਿਆਂ ਵਾਸਤੇ ਪਹਿਲਾ ਕਿੱਸਾ ਉਹਦੇ ਵਿੱਚ ਤਬਦੀਲ ਕੀਤਾ, ਜਿੱਦਾਂ ਹੀ ਕਿੱਸਾ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ, ਤੇ ਬੱਚਿਆਂ ਵਾਸਤੇ ਇੱਕ ਲਵ ਸਟੋਰੀ ਹੈ, ਬੈਲਡ, ਹਿੰਮਤੀ ਕੁੱਕੜ ਦੀ ਦਾਸਤਾਨ ਹੈ। ਇਹਨੂੰ ਮੈਂ ਪੂਰਾ ਕਾਵਿਕ ਰੂਪ ਵਿੱਚ, ਇੱਕ ਕਿੱਸੇ ਦੇ ਰੂਪ ਵਿੱਚ, ਅੰਗਰੇਜ਼ੀ ਵਿੱਚ ਵੀ ਔਰ ਪੰਜਾਬੀ ਵਿੱਚ ਵੀ ਲਿਖਿਆ। ਸੋ ਤਬਦੀਲੀ ਹੈ ਕਿ ਟੈਕਸਟ ਉਹੀ ਹੈ, ਉਹਦੇ ਵਿੱਚ ਲਹਿਜ਼ਾ ਪੋਠਹਾਰੀ ਹੈ, ਪਰ ਇਹਨੂੰ ਕਾਵਿਕ ਰੂਪ ਵਿੱਚ ਕਨਵਰਟ ਕੀਤਾ। ਦੂਜਾ ਮੈਂ ਤੁਹਾਨੂੰ ਹਿੰਸਾ ਦਾ ਥੋੜਾ ਜਿਹਾ ਦਿੱਤਾ ਕਿ ਉਹਨੂੰ ਟੋਨ ਡਾਊਨ ਕੀਤਾ। ਤੀਜਾ ਮੈਂ ਤਬਦੀਲੀ ਦੱਸੂਗੀ ਕਿ ਜਿਹੜੀ ਸਾਡੀ ਕਹਾਣੀਆਂ ਹੁੰਦੀਆਂ ਪਿੱਤਰ ਸੱਤੀ ਹੁੰਦੀਆਂ, ਮਤਲਬ ਉਹਦੇ 'ਚ ਮਰਦ ਪ੍ਰਧਾਨ ਹੁੰਦੀਆਂ ਹਨਾ, ਤੇ ਉਹਦੇ ਵਿੱਚ ਔਰਤਾਂ ਦਾ ਰੈਪਰੈਜ਼ੈਂਟੇਸ਼ਨ ਨਹੀਂ ਹੁੰਦਾ। ਮੇਰੀ ਕਿਤਾਬਾਂ ਵਿੱਚ ਤੁਸੀਂ ਦੇਖੋਗੇ ਕਿ ਔਰਤਾਂ ਦੇ ਫਿਗਰਸ ਔਰ ਆਦਮੀਆਂ ਦੇ ਫਿਗਰਸ ਇਲਸਟ੍ਰੇਸ਼ਨਸ ਬਰਾਬਰੀ ਵਿੱਚ ਮਿਲ ਜਾਣਗੇ ਤੁਹਾਨੂੰ। ਕਹਾਣੀ ਦੇ ਪਾਤਰ ਵੀ ਚਿੜੀ ਤੇ ਪਿੱਪਲ ਵਿੱਚ ਚਿੜੀ ਫੈਮਿਨਨ ਹੈ, ਤੇ ਇਹ ਸੱਪ ਦਾ ਫੁੰਕਾਰਾ ਇੱਕ ਕਹਾਣੀ ਹੈ ਜਿਹਦੇ ਵਿੱਚ ਕੀਮਤ, ਤੁਹਾਨੂੰ ਕਦਰਾਂ ਕੀਮਤਾਂ ਮੈਂ ਕਿਹਾ ਦੱਸਿਆ ਹਰ ਕਹਾਣੀ ਵਿੱਚ ਹੁੰਦੀਆਂ, ਜਿਵੇਂ ਇਸ ਵਿੱਚ ਥੀਮ ਹੈ ਪੈ ਕਾਹੂ ਕੋ ਦੇਤਨੇ ਇਹਨੇ ਪੈ ਮਾਨਤਾਨ। ਸੋ ਕਿਸੇ ਨੂੰ ਤੁਸੀਂ ਡਰਾਉਣਾ ਨਹੀਂ, ਕਿਸੇ ਤੁਸੀਂ ਡਰਨਾ ਨਹੀਂ, ਤੇ ਉਹਦੇ ਵਿੱਚ ਰੱਬ ਔਰ ਸੱਪ ਦੀ ਗੱਲ ਹੁੰਦੀ ਹੈ। ਪਰ ਹੁਣ ਰੱਬ ਨੂੰ ਤੁਸੀਂ ਕਿਸ ਤਰ੍ਹਾਂ ਚਿਤਰੋਗੇ ਹਨਾ, ਤੇ ਫਿਰ ਮੈਂ ਰੱਬ ਨੂੰ ਕੁਦਰਤ ਰਾਣੀ ਦੇ ਰੂਪ ਵਿੱਚ ਦਰਸਾਇਆ, ਤੇ ਫਿਰ ਕੁਦਰਤ ਰਾਣੀ ਔਰ ਸੱਪ ਦੀ ਬਾਤ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਇਹਦੇ ਵਿੱਚ ਇੱਕ ਫੈਮਿਨਨ ਕੈਰੈਕਟਰ ਵੀ ਆ ਗਿਆ, ਕੁਦਰਤ ਰਾਣੀ, ਤੇ ਦੂਜਾ ਕੁਦਰਤ ਨਾਲ ਮੈਨੂੰ ਵੈਸੇ ਹੀ ਪ੍ਰੇਮ ਹੈ, ਤੇ ਉਹਦੇ ਵਿੱਚ ਪਸ਼ੂ ਪੰਛੀ ਜਨੌਰ ਜਿਹੜੇ ਕਿ ਕੁਦਰਤ ਦਾ ਹਿੱਸਾ ਨੇ ਉਹ ਚਿਤਰਾ ਸਕਦੇ ਆਪਾਂ। ਤੇ ਦੂਜਾ ਆਪਣਾ ਜਿਵੇਂ ਮੈਂ ਦੱਸਿਆ ਕਿ ਉਹਨੂੰ ਆਪਾਂ ਇਲਸਟ੍ਰੇਟ ਕਰਕੇ ਬੱਚਿਆਂ ਨੂੰ ਚੰਗੇ ਤਰੀਕੇ ਦੇ ਨਾਲ ਸਮਝਾ ਸਕਦੇ। ਸੋ ਇਸ ਤਰ੍ਹਾਂ ਦੀਆਂ ਕੁਝ ਤਬਦੀਲੀਆਂ ਨੇ। ਆਪਾਂ ਲਿਵ ਨੂੰ ਸੁਣ ਲਈਏ ਥੋੜਾ ਜਿਹਾ? ਹਾਂਜੀ ਜ਼ਰੂਰ। ਤੇ ਹੁਣ ਲਿਵ ਕੌਰ ਤੁਸੀਂ। ਸੋ ਜਦ ਮੈਂ ਛੋਟੀ ਹੁੰਦੀ ਸੀ ਤੇ ਮਾਂ ਜੀ ਮੈਨੂੰ ਬੜੀਆਂ ਪੰਜਾਬ ਤੋਂ ਲੈ ਕੇ ਆਉਂਦੇ ਸੀ ਕਿਤਾਬਾਂ, ਤੇ ਉਹ ਮੈਨੂੰ ਬੜੀਆਂ ਸੋਹਣੀਆਂ ਲੱਗਦੀਆਂ ਸੀ, ਜਿਹੜੇ ਕੈਰੈਕਟਰਸ ਹੁੰਦੇ ਸੀ, ਤੇ ਜਿਹੜੇ ਜਿੱਦਾਂ ਲਿਖੀਆਂ ਹੋਈਆਂ ਸੀ ਜਿਹੜੀਆਂ ਪੁਰਾਣੀਆਂ ਬਾਤਾਂ, ਜਿੱਦਾਂ ਕਿ ਵਣਜਾਰਾ ਬੇਦੀ ਦੀ ਹੈ। ਤੇ ਪਰ ਮੈਨੂੰ ਇੱਦਾਂ ਲੱਗਦਾ ਸੀ ਕਿ ਅਜੇ ਵੀ ਲੱਗਦਾ ਹੈ ਕਿ ਜਿਹੜੇ ਚਿੱਤਰ ਨੇ ਉਹਨਾਂ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਇਹਨਾਂ ਕਿਤਾਬਾਂ ਦੀ ਬਰਾਬਰੀ ਨਹੀਂ ਕਰ ਸਕਦੀ। ਅਤੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਇੱਕ ਮੇਰੀ ਮਨਪਸੰਦ ਬਾਤ, ਪੱਕੀ ਪੱਕੀ ਲਿਲ, ਜਿਹਦੇ 'ਚ ਇਹਦਾ ਸਬਰ ਦਾ ਉਹਦਾ ਮੋਰਲ ਹੁੰਦਾ ਕਿ ਤੁਸੀਂ ਜੇ ਸਬਰ ਦੇ ਨਾਲ ਕੰਮ ਕਰੋ ਤੇ ਫਿਰ ਉਹ ਤੁਹਾਨੂੰ ਮਿੱਠਾ ਮਿੱਠਾ ਫਲ ਤੇ ਇਹਦੇ ਵਿੱਚ ਲੀਲਾਂ ਮਿਲ ਜਾਂਦੀਆਂ ਨੇ। ਬੇਰੀਆਂ ਨੂੰ ਕਹਿੰਦੇ ਨੇ। ਸੋ ਪੱਕੀ ਪੱਕੀ ਲਿਲ। ਪੰਜਾਬ ਦੇ ਕਿਸੇ ਸੋਹਣੇ ਜਿਹੇ ਪਿੰਡ ਵਿੱਚ ਇੱਕ ਮੱਝ ਰਹਿੰਦੀ ਸੀ ਤੇ ਇੱਕ ਚਿੜੀ। ਜਦ ਵੀ ਮੱਝ ਘਾਹ ਚਰਦੀ ਤਾਂ ਚਿੜੀ ਉਸ ਉੱਤੇ ਆ ਕੇ ਬਹਿੰਦੀ ਅਤੇ ਨਿੱਕੇ ਨਿੱਕੇ ਜੀਆਂ ਦੀ ਭਾਲ ਵਿੱਚ ਮੱਝ ਦੇ ਪਿੰਡੇ ਤੇ ਠੂੰਗੇ ਮਾਰਦੀ। ਅਕਸਰ ਉਹ ਮੱਝ ਦੀਆਂ ਅੱਖਾਂ ਨੇੜੇ ਜਾਂ ਕੰਨਾਂ ਵਿੱਚ ਵੀ ਠੂੰਗੇ ਮਾਰ ਜਾਂਦੀ। ਮੱਝ ਬਥੇਰਾ ਸਿਰ ਹਿਲਾਉਂਦੀ ਪਰ ਚਿੜੀ ਨਾ ਟਲਦੀ। ਅਖੀਰ ਮੱਝ ਚਿੜੀ ਤੋਂ ਬਹੁਤ ਤੰਗ ਆ ਗਈ ਅਤੇ ਉਸ ਤੋਂ ਆਪਣਾ ਖੇੜਾ ਛਡਾਉਣ ਦਾ ਸੋਚਣ ਲੱਗੀ। ਸੋਚਦਿਆਂ ਉਹਨੂੰ ਫੁਰਨਾ ਫੁਰਿਆ। ਅਗਲੇ ਦਿਨ ਜਦ ਚਿੜੀ ਆਈ ਤਾਂ ਉਹਨੇ ਕਿਹਾ, ਸਹੇਲੀਏ ਆ ਖੇਡ ਖੇਡੀਏ। ਚਿੜੀ ਨੇ ਕਿਹਾ, ਕਿਹੜੀ ਖੇਡ? ਮੱਝ ਨੇ ਕਿਹਾ, ਪਹਿਲਾਂ ਮੈਂ ਤੈਨੂੰ ਹੂਟੇ ਦਿਆਂਗੀ ਫਿਰ ਤੂੰ ਮੈਨੂੰ ਹੂਟੇ ਦੇਈਂ। ਚਿੜੀ ਹੈਰਾਨ ਹੋ ਗਈ। ਉਹਨੇ ਇਹ ਖੇਡ ਬਾਰੇ ਪਹਿਲਾਂ ਕਦੇ ਨਹੀਂ ਸੀ ਸੁਣਿਆ, ਪਰ ਉਹ ਮੱਝ ਨਾਲ ਸਾਂਝ ਪਾਉਣ ਖਾਤਰ ਖੇਡ ਲਈ ਤਿਆਰ ਹੋ ਗਈ। ਚਿੜੀ ਮੱਝ ਉੱਤੇ ਬੈਠ ਕੇ ਹੂਟੇ ਲੈਣ ਲੱਗੀ। ਆਪਣੀ ਵਾਰੀ ਪਕਾਉਣ ਬਾਅਦ ਮੱਝ ਨੇ ਕਿਹਾ, ਚੱਲ ਚਿੜੀਏ ਹੁਣ ਤੇਰੀ ਵਾਰੀ ਹੈ। ਚਿੜੀ ਉੱਡ ਕੇ ਹੇਠਾਂ ਆ ਬੈਠੀ ਅਤੇ ਮੱਝ ਉਸ ਉੱਤੇ ਬੈਠ ਗਈ। ਮੱਝ ਬਹੁਤ ਭਾਰੀ ਸੀ। ਚਿੜੀ ਦੀਆਂ ਤਾਂ ਚੀਕਾਂ ਨਿਕਲ ਗਈਆਂ। ਹਾਏ ਹਾਏ, ਕੋਈ ਆਓ ਜੀ, ਮੇਰੀ ਨਿਕਲ ਗਈ ਜਾਨ, ਮੈਨੂੰ ਬਚਾਓ ਜੀ।
ਕੋਲੋਂ ਦੀ ਕੋਈ ਰਾਹੀ ਲੰਘ ਰਿਹਾ ਸੀ। ਉਹਨੂੰ ਵੇਖ ਚਿੜੀ ਦੇ ਸਾਹ ਵਿੱਚ ਸਾਹ ਆਇਆ। ਚਿੜੀ ਨੇ ਉਹਨੂੰ ਹਾਕ ਮਾਰੀ, ਰਾਹੇ ਰਾਹੇ ਜਾਣਦਿਆ ਵੀ ਰਾਹੀਆ, ਵੇਖ ਮੇਰੀ ਜਾਨ ਤੇ ਬਣ ਆਈਆ, ਜੇ ਤੂੰ ਮੈਨੂੰ ਇੱਥੋਂ ਕੱਢੇ ਤਾਂ ਮੈਂ ਤੈਨੂੰ ਪੱਕੀ ਪੱਕੀ ਲਿਲ ਦਿਉ। ਰਾਹੀ ਨੇ ਪੁੱਛੋ ਫੜ ਮੱਝ ਨੂੰ ਉਠਾ ਦਿੱਤਾ। ਮਿੱਟੀ ਕੱਟੇ ਨਾਲ ਲਿਬੜੀ ਚਿੜੀ ਮੱਝ ਹੇਠੋਂ ਨਿਕਲ ਆਈ। ਜਦ ਚਿੜੀ ਨੇ ਦਮ ਲਿਆ ਤਾਂ ਰਾਹੀ ਨੇ ਕਿਹਾ, ਲਿਆ ਹੁਣ ਪੱਕੀ ਪੱਕੀ ਲਿਲ। ਕਿਉਂ, ਤੈਂ ਮੇਰਾ ਕੀ ਸਵਾਰਿਆ? ਮੈਂ ਤੈਨੂੰ ਮੱਝ ਹੇਠੋਂ ਨਹੀਂ ਕੱਢਿਆ, ਐਵੇਂ ਉੱਥੇ ਤਾਂ ਮੈਂ ਪਾਥੀਆਂ ਪੱਥਦੀ ਸਾਂ। ਰਾਹੀ ਨੇ ਮੁਸਕਰਾ ਕੇ ਕਿਹਾ, ਮਛਲੀ ਚਿੜੀ, ਤੇ ਅੱਗੇ ਤੁਰ ਪਿਆ। ਚਿੜੀ ਉੱਡ ਕੇ ਟੋਬੇ ਕੋਲ ਪਹੁੰਚੀ ਤੇ ਪਾਣੀ ਵਿੱਚ ਆਪਣੇ ਖੰਭ ਧੋਣ ਲੱਗੀ, ਪਰ ਉਹਦੇ ਪਹੁੰਚੇ ਚਿੱਕੜ ਵਿੱਚ ਖੁੱਭ ਗਏ। ਰਾਹੀ ਨੂੰ ਉੱਥੇ ਪਹੁੰਚਦਿਆਂ ਵੇਖ ਚਿੜੀ ਨੇ ਫੇਰ ਤਰਲਾ ਲਿਆ, ਰਾਹੇ ਰਾਹੇ ਜਾਣਦਿਆ ਵੇ ਰਾਹੀਆ, ਵੇਖ ਮੇਰੀ ਜਾਨ ਤੇ ਬਣ ਆਈਆ, ਜੇ ਤੂੰ ਮੈਨੂੰ ਇੱਥੋਂ ਕੱਢੇ ਤਾਂ ਮੈਂ ਤੈਨੂੰ ਪੱਕੀ ਪੱਕੀ ਲਿਲ ਦਿਉ। ਰਾਹੀ ਨੇ ਫੇਰ ਚਿੜੀ ਨੂੰ ਫੜ ਕੇ ਬਾਹਰ ਕੱਢਿਆ ਅਤੇ ਉਹਨੂੰ ਆਪਣਾ ਵਚਨ ਯਾਦ ਕਰਵਾਇਆ, ਲਿਆ ਹੁਣ ਪੱਕੀ ਪੱਕੀ ਲਿਲ। ਕਿਉਂ, ਤੈਂ ਮੇਰਾ ਕੀ ਸਵਾਰਿਆ? ਮੈਂ ਤੈਨੂੰ ਚਿੱਕੜ ਵਿੱਚੋਂ ਨਹੀਂ ਕੱਢਿਆ, ਐਵੇਂ ਮੈਂ ਤਾਂ ਟੋਬੇ ਵਿੱਚ ਤਾਰੀਆਂ ਲਾਉਂਦੀ ਸਾਂ। ਰਾਹੀ ਨੇ ਮੁਸਕੜੀ ਹੱਸਦਿਆਂ ਕਿਹਾ, ਖਚਰੀ ਚਿੜੀ, ਅਤੇ ਅੱਗੇ ਤੁਰ ਪਿਆ। ਚਿੜੀ ਦੇ ਖੰਭ ਹੁਣ ਹੋਰ ਵੀ ਲਿਬੜ ਗਏ ਸਨ। ਉਹ ਪੁੜ ਕੇ ਖੂਹ ਤੇ ਪਹੁੰਚ ਕੇ ਉਹਲੂ ਕੰਢੇ ਬੈਠ ਆਪਣੇ ਖੰਭ ਧੋਣ ਲੱਗੀ, ਪਰ ਤਿਲਕ ਕੇ ਉਹ ਪਾਣੀ ਦੀ ਤਾਰ ਹੇਠ ਆ ਗਈ। ਬਹੁਤ ਕੋਸ਼ਿਸ਼ ਕਰਨ ਮਗਰੋਂ ਵੀ ਉਹ ਨਿਕਲ ਨਾ ਸਕੀ। ਥੋੜੇ ਚਿਰ ਬਾਅਦ ਰਾਹੀ ਵੀ ਉੱਥੇ ਪਹੁੰਚ ਗਿਆ। ਚਿੜੀ ਨੇ ਫੇਰ ਮਿਹਨਤ ਕੀਤੀ, ਰਾਹੇ ਰਾਹੇ ਜਾਨ ਦਿਆ ਵੇ ਰਾਹੀਆ, ਵੇਖ ਮੇਰੀ ਜਾਨ ਤੇ ਬਣ ਆਈਆ, ਜੇ ਤੂੰ ਮੈਨੂੰ ਇੱਥੋਂ ਕੱਢੇ ਤਾਂ ਮੈਂ ਤੈਨੂੰ ਪੱਕੀ ਪੱਕੀ ਲਿਲ ਦਿਉ, ਪੱਕੀ ਪੱਕੀ ਲਿਲ ਦਿਉ। ਰਾਹੀ ਝਿਜਕਿਆ, ਪਰ ਉਹ ਰਹਿਮ ਦਿਲ ਬੰਦਾ ਸੀ। ਉਹਨੇ ਚਿੜੀ ਨੂੰ ਤਾਰ ਹੇਠੋਂ ਕੱਢਿਆ ਅਤੇ ਜਿੱਦਾਂ ਕਰਵਾਇਆ, ਲਿਆ ਹੁਣ ਪੱਕੀ ਪੱਕੀ ਲਿਲ। ਕਿਉਂ, ਤੈਂ ਮੇਰਾ ਕੀ ਸਵਾਰਿਆ? ਮੈਂ ਤੈਨੂੰ ਠੰਡੇ ਪਾਣੀ ਵਿੱਚੋਂ ਨਹੀਂ ਕੱਢਿਆ, ਐਵੇਂ ਉੱਥੇ ਤਾਂ ਮੈਂ ਮਲਮਲ ਲਾਉਂਦੀ ਸਾਂ। ਰਾਹੀ ਹੱਸ ਪਿਆ, ਧੋਖੇਬਾਜ਼ ਚਿੜੀ, ਤੇ ਅੱਗੇ ਤੁਰ ਪਿਆ। ਹੁਣ ਚਿੜੀ ਸਾਫ਼ ਸੁਥਰੀ ਤਾਂ ਹੋ ਗਈ ਸੀ, ਪਰ ਖੰਭ ਗਿੱਲੇ ਹੋਣ ਕਰਕੇ ਉਹ ਹਾਲੇ ਉੱਡ ਨਹੀਂ ਸੀ ਸਕਦੀ। ਉਹ ਮਟਕਦੀ ਰਾਹੀ ਦੇ ਪਿੱਛੇ ਪਿੱਛੇ ਤੁਰ ਪਈ। ਅੱਗੇ ਉਹਨਾਂ ਨੂੰ ਗੰਨੇ ਪੀੜ ਦਾ ਬਲ ਨਜ਼ਰ ਆਇਆ। ਰਾਹੀ ਤੇ ਚਿੜੀ ਦੋਵਾਂ ਨੇ ਗੰਨੇ ਦਾ ਰਸ ਪੀਤਾ। ਕੁਝ ਚਿਰ ਠਹਿਰ ਕੇ ਰਾਹੀ ਫੇਰ ਆਪਣੇ ਰਾਹ ਪੈ ਗਿਆ। ਚਿੜੀ ਉਹਦੇ ਪਿੱਛੇ ਜਾਣ ਲੱਗੀ, ਪਰ ਬਲਦੀ ਪੈੜ ਵਿੱਚ ਜਾ ਡਿੱਗੀ। ਉਹਨੇ ਬਥੇਰੇ ਹੱਥ ਪੈਰ ਮਾਰੇ, ਪਰ ਬਾਹਰ ਨਾ ਨਿਕਲ ਸਕੀ। ਉਹਨੇ ਲਿਲਕੜੀ ਲੈ ਗਈ, ਰਾਹੇ ਰਾਹੇ ਜਾਨ ਲਿਆ ਵੇ ਰਾਹੀਆ, ਵੇਖ ਮੇਰੀ ਜਾਨ ਤੇ ਬਣਾਈਆ, ਜੇ ਤੂੰ ਮੈਨੂੰ ਇੱਥੋਂ ਕੱਢੇ ਤਾਂ ਮੈਂ ਤੈਨੂੰ ਪੱਕੀ ਪੱਕੀ ਲਿਲ ਦਿਉ। ਰਾਹੀ ਦੁਚਿੱਤੀ ਵਿੱਚ ਪੈ ਗਿਆ। ਉਹ ਕੁਚੱਜੀ ਚਿੜੀ ਦੇ ਲਾਰਿਆਂ ਤੋਂ ਤੰਗ ਆ ਚੁੱਕਿਆ ਸੀ, ਪਰ ਉਹਨੇ ਸੋਚਿਆ ਕਿ ਚਿੜੀ ਕਿਤੇ ਬਲ ਦੇ ਖੁਰਾਂ ਹੇਠ ਆ ਕੇ ਮਰ ਨਾ ਜਾਵੇ। ਉਹਨੇ ਚਿੜੀ ਨੂੰ ਚੁੱਕ ਕੇ ਪੈੜ ਵਿੱਚੋਂ ਕੱਢਿਆ ਅਤੇ ਖਿੱਚ ਕੇ ਆਖਿਆ, ਲਿਆ ਹੁਣ ਪੱਕੀ ਪੱਕੀ ਲਿਲ। ਕਿਉਂ, ਤੈਂ ਮੇਰਾ ਕੀ ਸਵਾਰਿਆ? ਮੈਂ ਤੈਨੂੰ ਹੁਣੇ ਪੈੜ ਵਿੱਚੋਂ ਨਹੀਂ ਕੱਢਿਆ, ਐਵੇਂ ਉੱਥੇ ਤਾਂ ਮੈਂ ਬਲ ਹਿੱਕਦੀ ਸਾਂ। ਰਾਹੀ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ, ਝੂਠੀ ਚਿੜੀ, ਤੇ ਅੱਗੇ ਤੁਰ ਪਿਆ। ਹੁਣ ਉਹ ਦੋਵੇਂ ਤੁਰਦੇ ਤੁਰਦੇ ਥੱਕ ਗਏ ਸਨ। ਸਿਖਰ ਦੁਪਹਿਰ ਸੀ ਅਤੇ ਅੰਤਾਂ ਦੀ ਗਰਮੀ ਸੀ। ਰਾਹੀ ਰੁੱਖ ਹੇਠਾਂ ਬੈਠ ਸਾਹ ਲੈਣ ਲੱਗਾ ਤੇ ਪੋਟਲੀ ਖੋਲ ਮਿੱਸੀ ਰੋਟੀ ਖਾਣ ਲੱਗਾ। ਉਹਨੇ ਕੁਝ ਬੁਰਕੀਆਂ ਚਿੜੀ ਨਾਲ ਹੀ ਸਾਂਝੀਆਂ ਕੀਤੀਆਂ। ਖਾ ਕੇ ਚਿੜੀ ਉੱਡੀ ਤੇ ਰੁੱਖ ਵਿੱਚੋਂ ਕੁਝ ਟੋਲਣ ਲੱਗੀ, ਪਰ ਥੋੜੇ ਚਿਰ ਬਾਅਦ ਉਹ ਕੰਡਿਆਂ ਵਿੱਚ ਫਸ ਗਈ।
ਉਹਨੇ ਫੇਰ ਦੁਹਾਈ ਪਾਈ, ਰਾਹੇ ਰਾਹੇ ਜਾਣ ਲਿਆ ਵੇ ਰਾਹੀਆ, ਵੇਖ ਮੇਰੀ ਜਾਨ ਤੇ ਬਣਾਈਆ, ਜੇ ਤੂੰ ਮੈਨੂੰ ਇੱਥੋਂ ਕੱਢੇ ਤਾਂ ਮੈਂ ਤੈਨੂੰ ਪੱਕੀ ਪੱਕੀ ਮਿਲ ਦਿਓ। ਰਾਹੀ ਚਿੜੀ ਤੋਂ ਸੱਤਿਆ ਪਿਆ ਸੀ, ਪਰ ਉਹਨੂੰ ਤੜਫਦੀ ਵੇਖ ਨਾ ਸਕਿਆ ਅਤੇ ਹੌਲੀ ਜਿਹੇ ਉਹਨੂੰ ਕੰਨਿਆਂ ਵਿੱਚੋਂ ਕੱਢ ਦਿੱਤਾ। ਉਹਨੇ ਚਿੜੀ ਦੀ ਜਾਨ ਇੰਨੀ ਵਾਰ ਬਚਾਈ ਸੀ ਕਿ ਉਹਨੂੰ ਇਸ ਵਾਰੀ ਲਿਲ ਮਿਲਣ ਦੀ ਪੂਰੀ ਆਸ ਸੀ। ਉਹਨੇ ਕਿਹਾ, ਲਿਆ ਹੁਣ ਪੱਕੀ ਪੱਕੀ ਲਿਲ। ਕਿਉਂ, ਤੈਂ ਮੇਰਾ ਕੀ ਸਵਾਰਿਆ? ਤੈਨੂੰ ਮੈਂ ਹੁਣ ਇਹ ਕੰਨਿਆਂ ਵਿੱਚੋਂ ਨਹੀਂ ਕੱਢਿਆ? ਐਵੇਂ ਉੱਥੇ ਤਾਂ ਮੈਂ ਆਪਣੇ ਕੰਨ ਬਣਾਉਂਦੀ ਸਾਂ। ਰਾਹੀ ਚੀਖਿਆ, ਨੀਲਾ ਦੀ ਚਿੜੀਏ ਮੇਰਾ ਖੇੜਾ ਛੱਡ, ਤੇ ਫਿਰ ਰੁੱਖ ਹੇਠਾਂ ਆਰਾਮ ਕਰਨ ਲਈ ਲੰਮੇ ਪੈ ਗਿਆ। ਛੇਤੀ ਹੀ ਉਹਨੂੰ ਨੀਂਦ ਆ ਗਈ। ਜਿਸ ਰੁੱਖ ਹੇਠਾਂ ਉਹ ਆਰਾਮ ਕਰ ਰਿਹਾ ਸੀ ਉਹ ਬੇਰੀ ਦਾ ਰੁੱਖ ਸੀ ਅਤੇ ਉਹਨੂੰ ਲਾਲ ਸੁਰਖ ਰੰਗੀਆਂ ਮਿੱਠੀਆਂ ਮਿੱਠੀਆਂ ਲਿੱਲਾਂ ਲੱਗੀਆਂ ਹੋਈਆਂ ਸਨ। ਚਿੜੀ ਨੇ ਕੰਡਿਆਂ ਤੋਂ ਬਚ ਚੁਣ ਕੇ ਲਿੱਲਾਂ ਤੋੜੀਆਂ ਅਤੇ ਰਾਹੀ ਦੀ ਪੋਟਲੀ ਵਿੱਚ ਲੁਕਾ ਦਿੱਤੀਆਂ। ਫਿਰ ਉਹ ਉੱਡ ਕੇ ਆਪਣੇ ਰਾਹ ਪੈ ਗਈ। ਕੁਝ ਦੇਰ ਬਾਅਦ ਰਾਹੀ ਵੀ ਉੱਠ ਖੜਿਆ। ਜਦ ਚਿੜੀ ਨਜ਼ਰ ਨਾ ਆਈ ਤਾਂ ਉਹਨੇ ਸੁੱਖ ਦਾ ਸਾਹ ਲੈ ਕੇ ਆਪਣੇ ਘਰ ਵੱਲ ਨੂੰ ਤੁਰ ਪਿਆ। ਘਰ ਪਹੁੰਚ ਜਦ ਉਹਨੇ ਪੋਟਲੀ ਖੋਲੀ ਤਾਂ ਹੈਰਾਨ ਹੋ ਗਿਆ। ਉਹਨੇ ਕਿਲਕਾਰੀ ਮਾਰੀ, ਚਲਾਕੂ ਚਿੜੀ, ਇਲਤੀ ਚਿੜੀ, ਪਿਆਰੀ ਚਿੜੀ, ਅਤੇ ਆਪਣੇ ਪਰਿਵਾਰ ਨਾਲ ਬੈਠ ਕੇ ਆਪਣੇ ਸਬਰ ਦਾ ਫਲ ਲਾਲ ਲਾਲ ਰਸ ਭਰੀਆਂ ਮਿੱਠੀਆਂ ਮਿੱਠੀਆਂ ਲਿੱਲਾਂ ਦਾ ਆਨੰਦ ਮਾਣਨ ਲੱਗਾ। ਸੋ ਐਸੀ ਕਹਾਣੀ ਪੱਕੀ ਪੱਕੀ ਲਿਲ ਮੈਨੂੰ ਬੜੀ ਚੰਗੀ ਲੱਗਦੀ ਹੈ ਕਿਉਂਕਿ ਇਹਦੇ 'ਚ ਸਾਰੀਆਂ ਜਿੱਦਾਂ ਕਿ ਪੰਜਾਬ ਵਿੱਚ ਮੈਨੂੰ ਤਾਂ ਜਦ ਮਾਂ ਨੇ ਇਹ ਕਹਾਣੀ ਮੈਨੂੰ ਸੁਣਾਈ ਸੀ ਪਹਿਲੀ ਵਾਰ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਬਲਦ ਗੰਨੇ ਦਾ ਰਸ ਕੱਢਦੇ ਹੁੰਦੇ ਸੀ ਤੇ ਕਿ ਉਹਲੂ ਕੀ ਹੁੰਦਾ ਹੈ ਤੇ ਹਾਂਜੀ ਪੈੜ ਕੀ ਹੁੰਦੀ ਹੈ। ਤੇ ਇਹ ਮੈਨੂੰ ਬੜੇ ਚੰਗੇ ਲੱਗਦੇ ਕਿ ਉਹਨਾਂ ਦੀ ਕਿਤਾਬਾਂ ਵਿੱਚ ਜਿਹੜੀ ਪੰਜਾਬ ਵਿੱਚ ਜਿਹੜੀਆਂ ਕਹਿੰਦੇ ਮੁੱਢ ਕਦੀਮ ਤੋਂ ਜਿਹੜੀਆਂ ਚੀਜ਼ਾਂ ਵਰਤੀਆਂ ਜਾ ਰਹੀਆਂ ਨੇ ਉਹ ਦਿਖਾਈਆਂ ਗਈਆਂ ਨੇ ਤੇ ਫਿਰ ਉਹ ਮੈਨੂੰ ਬੜੀ ਪਿਆਰੀ ਲੱਗੀ। ਦੂਜੀ ਕਹਾਣੀ ਮੈਨੂੰ ਬੜੀ ਸੋਹਣੀ ਲੱਗੀ ਜੋ ਮੇਰੀ ਅਜੇ ਵੀ ਸਭ ਤੋਂ ਮਨਪਸੰਦ ਹੈ। ਲੀਲਾ ਤੇ ਢੋਲ ਉਹਦਾ ਨਾਂ ਹੈ ਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਲੀਲਾ ਜੰਗਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੀ ਨਾਨੀ ਦੇ ਜਾਣ ਲਈ ਛੁੱਟੀਆਂ ਵਾਸਤੇ ਤੇ ਉਹਦੇ ਵਿੱਚ ਉਹਨੂੰ ਬੜੀਆਂ ਔਕੜਾਂ ਸਹਿਣੀਆਂ ਪੈਂਦੀਆਂ ਨੇ ਤੇ ਫਿਰ ਹੁਣ ਸੋ ਵੇਖਦੇ ਹਾਂ ਕਿ ਲੀਲਾ ਕਿੱਦਾਂ ਨਾਨੀ ਕੋਲ ਜਾ ਕੇ ਦੁੱਧ ਮਲਾਈਆਂ ਖਾਂਦਾ। ਸੋ ਲੀਲਾ ਤੇ ਢੋਲ। ਸਵੇਰ ਦਾ ਵੇਲਾ ਸੀ। ਇੱਕ ਨਿੱਕਾ ਜਿਹਾ ਲੇਲਾ ਸੀ। ਉਹ ਜੰਗਲ ਵਿੱਚ ਜਾਂਦਾ ਸੀ ਤੇ ਉੱਚੀ ਉੱਚੀ ਗਾਉਂਦਾ ਸੀ, ਨਾਨੀ ਮਾਂ ਕੋਲ ਜਾਊਂਗਾ, ਦੁੱਧ ਮਲਾਈਆਂ ਖਾਊਂਗਾ, ਮੋਟਾ ਹੋ ਕੇ ਆਊਂਗਾ। ਲੇਲੇ ਨੂੰ ਗਾਉਂਦਾ ਸੁਣ ਕੇ ਬਘਿਆੜ ਆ ਗਿਆ। ਬਘਿਆੜ ਨੂੰ ਵੇਖ ਕੇ ਲੀਲਾ ਘਬਰਾ ਗਿਆ। ਬਘਿਆੜ ਕਹਿਣ ਲੱਗਾ ਮੁੱਛਾਂ ਨੂੰ ਦੇਖ ਕੇ ਤਾਂ, ਤੈਨੂੰ ਤਾਂ ਮੈਂ ਲੜਿਆ, ਹੁਣੇ ਜਾਣਾ ਖਾ। ਲੀਲਾ ਕਹਿੰਦਾ, ਨਾ ਪਾ, ਹੌਲੀ ਨਾ ਤੂੰ ਮੈਨੂੰ ਖਾ, ਨਾਨੀ ਮਾਂ ਕੋਲ ਜਾਊਂਗਾ, ਦੁੱਧ ਮਲਾਈਆਂ ਖਾਊਂਗਾ, ਮੋਟਾ ਹੋ ਕੇ ਆਊਂਗਾ, ਫਿਰ ਤੂੰ ਮੈਨੂੰ ਖਾਈ। ਬਘਿਆੜ ਕਹਿੰਦਾ, ਮੋਟਾ ਹੋ ਕੇ ਲੈ ਲਿਆ, ਫੇਰ ਮਿਲੀ ਤੂੰ। ਜਾਨ ਬਚਾ ਕੇ ਲੀਲਾ ਉੱਥੋਂ ਭੱਜਦਾ ਠਾਂ ਚੀਤੇ ਵਿੱਚ ਵੱਜਿਆ। ਹੁਣ ਚੀਤਾ ਕਹਿੰਦਾ, ਵਾਹ ਵੇ ਵਾਹ, ਤੈਨੂੰ ਤਾਂ ਮੈਂ ਲੂਣ ਲਾ ਕੇ ਹੁਣੇ ਜਾਊਂ ਖਾ। ਲੀਲਾ ਕਹਿੰਦਾ, ਨਾ ਪਾ, ਹੌਲੇ ਨਾ ਤੂੰ ਮੈਨੂੰ ਖਾ,
नानी माँ को जाऊंगा, दूध मलाइयाँ खाऊंगा, मोटा होके आऊंगा, फिर तू मैनू खाई। चीता कहंदा मोटा होके ले लिया, फिर मिली तू। जान बचा के लीला गया नानी माँ दे कोल, ते नानी कोल जाके गल सारी दित्ती खोल। नानी कहंदी ले लिया तू पूरा ना घबरा, आ ले तू पहला दुध मलाइयां खा। रज रज खादियां फिर ले दुध मलाइयां, चाई चाई नानी कर छुट्टियां बिताइयां। हुण लीला कहंदा नानी माँ मैं नहीं वापस जाना, चीते ते बगियाड़ ने मैनू खा जाना। नानी कहंदी एहो जे बोल ना तू बोल, तैनू वापस लेके जाओ एक टमक टोल। एदे विच वड़ के तू रिड़दा ही जाई, अपनी सोहनी जी बूथी ना किसे नू विखाई। टोल विच वड़ के लीला कहंदा टमक टू जंगल पार करा दे तू, टमक टू जंगल पार करा दे तू। राह विच खड़ा चीता कहंदा दस ओए टमक टू, मोटा ताजा लीला किथे वेखी आई तू। ढोल विचों लीला कहंदा ना बी ना, मैं तो कदी लीला कोई वेख्या ही ना। इन्ना कह के रिड़ पिया टमक टू जी टमक टू जी टमक टू। हुण बगियाड़ कहंदा दस ओए टमक टू, मोटा ताजा लीला किथे वेख्या आई तू। ढोल विचों लीला कहंदा ना बी ना, मैं तो कदी लीला कोई वेख्या ही ना। रिड़दा ढोल कर गया जंगल पार, लीला कर दी मां रही सी पुकार। मां पुछदी ढोल नू दस ओए टमक टू, मेरा लाडू पाडू लीला किथे वेख्या ही तू। ढोल विचों लीला कहंदा ना बी ना, मैं तो कदे लीला तेरा वेख्या ही ना। मां कहंदी ठहर जा तू बड़ा ही शैतान, मैं तेरी आवाज झट लिए पछाण। कन्नों फड़ लीले नू कड लिया बाहर, खिड़खिड़ हसदा वेख मानू आ गया प्यार। तुर पिया ढोल कला टमक टू जी टमक टू जी टमक टू। ऐसी लीला ते ढोल। मैनू याद है कि 3-4 कुछ साल पहला कोविड तो पहला असी अमरीका च एक शहर है, ਉਹਦਾ ਨਾਮ ਪਿਟਸਬਰਗ ਹੈ। ਉੱਥੇ ਇੱਕ ਸਾਨੂੰ ਨਿੱਕਾ ਜਿਹਾ ਮੁੰਡਾ ਮਿਲਿਆ, ਉਹਦਾ ਨਾਮ ਸੀ ਹਰਸੂਬ ਸਿੰਘ, ਅਤੇ ਉਹ 2.5 ਸਾਲਾਂ ਦਾ ਸੀ। ਅਤੇ ਉਹ ਅਸੀਂ ਇੱਕ ਕਾਪੀ ਲੀਲਾ ਦੇ ਢੋਲ ਲੈ ਕੇ ਆਏ ਸੀਗੇ ਸਾਡੇ ਨਾਲ ਸਟੋਰੀ ਟੈਲਿੰਗ ਵਗੈਰਾ ਸਾਂਝੀ ਕਰਨ ਵਾਸਤੇ। ਅਤੇ ਉਹ ਕਿਤਾਬ ਨੂੰ ਛੱਡੇ ਹੀ ਨਾ, ਤੇ ਮਾਂ ਨੇ ਬਥੇਰਾ ਸਮਝਾਇਆ ਇਹਨੇ ਲਿਖਿਆ ਨੇ, ਇਹਨਾਂ ਦੀ ਕਾਪੀ ਹੈ, ਤੁਹਾਡੇ ਕੋਲ ਆਪਣੀ ਕਾਪੀ ਹੈ ਦੇ ਦੇ। ਤੇ ਕਹਿੰਦਾ ਨਾ ਮੈਂ ਨਹੀਂ ਦੇਣਾ, ਮੈਂ ਨਹੀਂ ਦੇਣੀ ਕਿਤਾਬ। ਤੇ ਹਰ ਰੋਜ਼ ਰਾਤ ਨੂੰ ਉਹ ਲੇਟ ਕੇ ਮੈਨੂੰ ਕਿਤਾਬ ਦਿੰਦਾ ਸੀ ਕਿ ਇਹ ਸੁਣਾ। ਤੇ ਮੈਨੂੰ ਅਜੇ ਵੀ ਯਾਦ ਹੈ ਕਿ ਜਦ ਮੈਂ ਵੀ 2-3 ਸਾਲਾਂ ਦੀ ਹੁੰਦੀ ਸੀ ਤੇ ਮੈਨੂੰ ਵੀ ਇਸ ਕਿਤਾਬ ਨਾਲ ਇੰਨਾ ਕੁ ਪਿਆਰ ਹੁੰਦਾ ਸੀ, ਤੇ ਅਜੇ ਵੀ ਇੰਨਾ ਕੁ ਪਿਆਰ ਹੈਗਾ। ਤੇ ਠੀਕ ਹੈ।